ਵਾਹਿਗੁਰੂ। ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਹਰ ਗੋਬਿੰਦ ਨਵਾਂ ਨਿਰੋਆ, ਮੇਰਾ ਸਤਿਗੁਰ ਰਖਵਾਲਾ ਹੋਆ। ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਹਰ ਗੋਬਿੰਦ ਨਵਾਂ ਨਿਰੋਆ। ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ। ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ। ਸਤਿਗੁਰ ਕੈ ਬਲ ਜਾਈ, ਹਾਲਤ ਪਲਤ ਪ੍ਰਭ ਦੋਵੈ ਸਵਾਰੇ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ। ਸਫਲ ਕਰ ਮਸਤਕ ਧਾਰਿਆ, ਹਾਲਤ ਪਲਤ ਪ੍ਰਭ ਦੋਵੈ ਸਵਾਰੇ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ। ਸਫਲ ਕਰ ਮਸਤਕ ਧਾਰਿਆ।
ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਬ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਪੁਰਾਤਨ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਆਪਾਂ ਸਾਰੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦੇ ਹਾਂ। ਅੱਜ ਦੀ ਪਾਵਨ ਹੁਕਮਨਾਮੇ ਦੀ ਸ੍ਰੀ ਮੁਖ ਵਾਕ ਸਾਹਿਬ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਇਹ ਮਹਾਨ ਪਾਵਨ ਪਵਿੱਤਰ ਦਿਹਾੜਾ ਸ਼ਹੀਦੀ ਸਾਕਾ ਜੋ ਪਾਉਂਟਾ ਸਾਹਿਬ ਦੇ ਵਿੱਚ 1964 ਦੇ ਵਿੱਚ ਵਾਪਰਿਆ, ਉਸ ਸਾਕੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਗੁਰੂ ਜੈਸੀਆਂ ਸੰਗਤਾਂ ਦੇ ਮਹਾਨ ਸਹਿਯੋਗ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿਹੜੇ ਸਾਕੇ ਵਰਤੇ ਹਨ ਉਹਨਾਂ ਦੇ ਕਾਰਨ ਕੀ ਹੋਏ, ਕਿਸ ਵਾਸਤੇ ਇਹ ਸਾਕੇ ਵਰਤੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਹੜੇ ਗੁਰ ਅਸਥਾਨ ਜਿਹੜੀ ਪਾਵਨ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ 10 ਵਿਅਕਤੀਗਤ ਸਰੂਪ ਧਾਰਨ ਕਰਕੇ ਚਰਨ ਪਾਏ, ਉਥੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੇ ਸ਼ਰਧਾ ਭਾਵਨਾ ਵਿੱਚ ਭਿੱਜ ਕਰਕੇ ਗੁਰ ਅਸਥਾਨ ਕਾਇਮ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਪ੍ਰਕਾਸ਼ ਕੀਤੇ ਗਏ। ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਸਤਿਗੁਰੂ ਦੇ ਦਰ ਤੋਂ ਝੋਲੀਆਂ ਭਰਦੀਆਂ ਤੇ ਅੱਜ ਵੀ ਭਰ ਰਹੀਆਂ ਹਨ। ਉਹਨਾਂ ਗੁਰ ਅਸਥਾਨਾਂ ਦੇ ਜਦੋਂ ਪ੍ਰਬੰਧ ਕਿਸੇ ਐਸੇ ਦੁਰਾਚਾਰੀ ਮਨੁੱਖਾਂ ਦੇ ਹੱਥਾਂ ਵਿੱਚ ਆਉਣ ਲੱਗ ਪਏ, ਵੱਧ ਫੈਲੀਆਂ ਹੋਣ ਲੱਗੀਆਂ, ਗੁਰ ਅਸਥਾਨਾਂ ਦੇ ਉੱਤੇ ਕੁਕਰਮ ਹੋਣੇ ਸ਼ੁਰੂ ਹੋ ਗਏ। ਫਿਰ ਸੰਗਤਾਂ ਦੇ ਵਿੱਚ ਸਮੇਂ-ਸਮੇਂ 'ਤੇ ਜਿਹੜੀਆਂ ਵੀਰ ਰਸ ਦੀਆਂ ਲਹਿਰਾਂ ਉੱਠੀਆਂ
ਕਿਉਂਕਿ ਗੁਰੂ ਦੇ ਸਿੱਖ ਨੂੰ ਗੁਰੂ ਤੋਂ ਗੁਰ ਅਸਥਾਨਾਂ ਤੋਂ ਪਰੇ ਕੁਝ ਵੀ ਨਹੀਂ ਹੈ। ਇਹ ਜਿਹੜਾ ਪਾਵਨ ਪਵਿੱਤਰ ਅਸਥਾਨ ਜਿੱਥੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਾਂਵ ਚਰਨ ਟਿਕਾਏ ਤੇ ਪੌਂਟਾ ਉਸ ਦਾ ਨਾਮ ਪੌਂਟਾ ਸਾਹਿਬ ਰੱਖਿਆ ਗਿਆ, ਇਸ ਅਸਥਾਨ ਤੇ ਬੇਅੰਤ ਚੋਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕੀਤੇ। ਨੰਦੌਣ ਦਾ ਜਿਹੜਾ ਜੰਗ ਫਤਿਹ ਕੀਤਾ ਸਤਿਗੁਰੂ ਪਾਤਸ਼ਾਹ ਨੇ, ਉਹ ਵੀ ਇਸ ਪਾਵਨ ਧਰਤੀ ਤੇ ਜਦੋਂ ਜੰਗ ਜਿੱਤ ਕੇ ਆਏ ਨੇ, ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਜੰਗ ਜਿੱਤਣ ਦੀ ਖੁਸ਼ੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਨਾਮ ਹੀ ਅਜੀਤ ਸਿੰਘ ਰੱਖਿਆ, ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ। ਉਸ ਅਸਥਾਨ ਤੇ ਸਤਿਗੁਰਾਂ ਨੇ 52 ਕਵੀ ਰੱਖੇ, ਦਸਤਾਰਾਂ ਦੇ ਦੁਮਾਲਿਆਂ ਦੇ ਸਤਿਗੁਰੂ ਪਾਤਸ਼ਾਹ ਉੱਥੇ ਮੁਕਾਬਲੇ ਕਰਵਾਇਆ ਕਰਦੇ। ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਵਧੀਕ ਜਿਹੜੀ ਬਹੁਤ ਸਾਰੀ ਬਾਣੀ ਉੱਥੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਜਮਨਾ ਦੇ ਕਿਨਾਰੇ ਇਕਾਂਤ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਤੇ ਲਿਖਣਾ ਕੀਤੀ। ਉਹ ਜਿਹੜਾ ਪਾਵਨ ਪਵਿੱਤਰ ਅਸਥਾਨ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਇਹ ਦੋ ਉਸ ਵੇਲੇ ਦੇ ਗੁਰਦਿਆਲ ਅਤੇ ਬਲਦੇਵ ਨਾਮ ਦੇ ਮਹੰਤਾਂ ਦੇ ਹੱਥ ਵਿੱਚ ਆਇਆ ਹੋਇਆ ਸੀ। ਜਿੰਨੇ ਸੰਗਤਾਂ ਦੀ ਆਮਦ ਸੀ ਉੱਥੇ, ਜਿੰਨਾ ਸੰਗਤਾਂ ਦਾ ਚੜਾਵਾ ਸੀ, ਬਾਕੀ 600 ਬਿੱਘਾ ਜਿਹੜੀ ਜ਼ਮੀਨ ਸੀ ਪੌਂਟਾ ਸਾਹਿਬ ਦੀ, ਇਹ ਸਾਰੀ ਜਿਤਨੀ ਵੀ ਰਕਮ ਸੀ ਇਹ ਦੋਵੇਂ ਮਹੰਤ ਰਲ ਮਿਲ ਕਰਕੇ ਖਾਂਦੇ ਸਨ ਤੇ ਪਰਿਵਾਰਾਂ ਦੀ ਪਾਲਣਾ ਵਿੱਚ ਲੱਗੇ ਸਨ। ਨਾਲ ਕੁਕਰਮ ਕਰਨੇ, ਬਦਫੈਲੀਆਂ ਕਰਨੀਆਂ। ਗੁਰੂ ਕੀਆਂ ਪਿਆਰੀਆਂ ਸੰਗਤਾਂ ਨੂੰ ਕਦਾਚਿਤ ਵੀ ਇਹ ਬਰਦਾਸ਼ਤ ਨਹੀਂ ਸੀ। ਪੌਂਟਾ ਸਾਹਿਬ ਉਸ ਨਗਰ ਦੀਆਂ ਸੰਗਤਾਂ, ਇਲਾਕੇ ਦੀਆਂ ਤਮਾਮ ਸੰਗਤਾਂ, ਜਿਨ੍ਹਾਂ ਨੇ ਇਹਨਾਂ ਮਹੰਤਾਂ ਦੇ ਕੁਕਰਮ ਸੁਣੇ, ਹਿਰਦੇ ਉਹਨਾਂ ਦੇ ਕੰਬ ਉੱਠੇ ਸਨ। ਸਤਿਗੁਰੂ ਪਾਤਸ਼ਾਹ ਨੂੰ ਆਰਾਧਨਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਪਾਵਨ ਪਵਿੱਤਰ ਅਸਥਾਨਾਂ ਤੇ ਨਤਮਸਤਕ ਹੋ ਕਰਕੇ ਅਰਦਾਸ ਕੀਤੀ ਹੈ ਤੇ ਫਿਰ ਪੰਜਾਬ ਦੀ ਧਰਤੀ ਵੱਲ ਆਏ ਨੇ। ਉਸ ਵੇਲੇ ਸਿੰਘ ਸਾਹਿਬ ਬਾਬਾ ਹਰਭਜਨ ਸਿੰਘ ਜੀ, ਮੁਖੀ ਮਿਸ਼ਲ ਸ਼ਹੀਦਾਂ ਤਰਨਾ ਦਲ, ਇਹਨਾਂ ਮਹਾਂਪੁਰਖਾਂ ਦੇ ਕੋਲ ਆ ਕਰਕੇ ਸੰਗਤਾਂ ਨੇ ਬੇਨਤੀਆਂ ਕੀਤੀਆਂ ਤੇ ਜਦੋਂ ਬੇਨਤੀਆਂ ਕਰ ਰਹੇ ਸਨ, ਨੇਤਰਾਂ ਚੋਂ ਬਰਾਗ ਦੇ ਆਂਸੂ ਸੰਗਤਾਂ ਦੇ ਡਿੱਗ ਰਹੇ ਸਨ। ਹਿਰਦੇ ਬਲੂੰਦਰੇ ਪਏ ਸਨ ਅੰਦਰੋਂ ਤੇ ਕਿਹਾ, ਮਹਾਂਪੁਰਖੋ, ਇਹ ਜਿਹੜਾ ਪਾਵਨ ਪਵਿੱਤਰ ਅਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਇਹਦੇ ਉੱਤੇ ਮਹੰਤਾਂ ਨੇ ਕਬਜ਼ਾ ਕਰ ਰੱਖਿਆ, ਗੁਰੂ ਕੀ ਮਾਇਆ ਦੀ ਦੁਰਵਰਤੋਂ ਕਰਦੇ ਨੇ। ਕਿਰਪਾ ਕਰੋ, ਕੋਈ ਐਸਾ ਉਪਰਾਲਾ ਹੋਣਾ ਚਾਹੀਦਾ ਜਿਸ ਦੇ ਸਦਕਾ ਮਹੰਤਾਂ ਤੋਂ ਸਥਾਨ ਜਿਹੜਾ ਆਜ਼ਾਦ ਹੋ ਜਾਵੇ। ਉਸ ਵੇਲੇ ਸੰਤ ਬਾਬਾ ਹਰਭਜਨ ਸਿੰਘ ਜੀ ਨੇ ਸੰਗਤਾਂ ਦੀ ਜਦੋਂ ਬੇਨਤੀ ਸੁਣੀ, ਕਿਉਂਕਿ ਜਿਹੜਾ ਕੋਈ ਨਾਮ ਸਿਮਰਨ ਕਮਾਈ ਕਰਦਾ ਤੇ ਉਹਨਾਂ ਕੋ ਹਿਰਦਾ ਕੋਮਲ ਹੋ ਜਾਂਦਾ। ਸਤਿਗੁਰੂ ਦੇ ਅਸਥਾਨਾਂ ਦੀ ਵਿਥਿਆ ਸੁਣ ਕੇ ਮਹਾਂਪੁਰਖਾਂ ਦੇ ਵੀ ਨੇਤਰਾਂ 'ਚੋਂ ਜਲ ਦੀਆਂ ਧਾਰਾਂ ਵਗੀਆਂ। ਕਹਿਣ ਲੱਗੇ, ਆਪਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਗਿਆ ਲੈ ਕੇ, ਹੁਕਮਨਾਮਾ ਲੈ ਕੇ ਫਿਰ ਇਸ ਕਾਰਜ ਦੇ ਵਾਸਤੇ ਆਰੰਭਤਾ ਕਰਾਂਗੇ, ਚਾਲੇ ਪਾਵਾਂਗੇ। 1964 ਦਾ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਮੁੱਚੇ ਖਾਲਸੇ ਪੰਥ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਹੋਲੇ ਮਹੱਲੇ ਤੋਂ ਦੂਸਰੇ ਦਿਨ ਗੁਰਦੁਆਰਾ ਅਜੀਤਗੜ੍ਹ ਸਾਹਿਬ, ਜਿਹੜੀ ਅੱਜ ਮਿਸ਼ਲ ਸ਼ਹੀਦਾਂ ਤਰਨਾ ਦਲ ਦੀ ਛਾਉਣੀ ਹੈ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ, ਇੱਥੇ ਸੰਤ ਬਾਬਾ ਹਰਭਜਨ ਸਿੰਘ ਜੀ ਉਸ ਵੇਲੇ ਮੌਜੂਦਾ ਮੁਖੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆ ਕਰਕੇ ਗਲ ਵਿੱਚ ਪੱਲਾ ਪਾ ਕੇ ਨਾਲ ਸੰਗਤਾਂ ਨੂੰ ਲਿਆ ਹੈ, ਅਰਦਾਸਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਜਿੱਥੇ ਬੇਅੰਤ ਚੋਜ ਆਪ ਜੀ ਨੇ ਕੀਤੇ ਹਨ ਪੌਂਟਾ ਸਾਹਿਬ ਦੇ,
ਉਹਨਾਂ ਸਥਾਨਾਂ ਦਾ ਪ੍ਰਬੰਧ ਕੁਕਰਮੀਆਂ ਦੇ ਹੱਥਾਂ ਵਿੱਚ ਆ ਚੁੱਕਿਆ ਹੈ। ਬਦ ਫੈਲੀਆਂ ਹੋ ਰਹੀਆਂ ਗੁਰ ਅਸਥਾਨਾਂ ਦੇ ਨਿਰਾਦਰ ਹੋ ਰਹੇ ਨੇ। ਮਹਾਰਾਜ ਕਿਰਪਾ ਕਰੋ ਖਾਲਸਾ ਪੰਥ ਨੂੰ ਤੇ ਸਿੰਘਾਂ ਦੇ ਅੰਦਰ ਐਸਾ ਬਲ ਬਖਸ਼ੋ ਤਾਂ ਕਿ ਆਪ ਜੀ ਦੇ ਸਥਾਨਾਂ ਨੂੰ ਕੁਕਰਮੀ ਮਹੰਤਾਂ ਦੇ ਕੋਲੋਂ ਆਜ਼ਾਦ ਕਰਵਾ ਸਕੀਏ। ਸਤਿਗੁਰੂ ਪਾਤਸ਼ਾਹ ਦੇ ਸਨਮੁਖ ਅਰਦਾਸ ਕੀਤੀ ਹੈ, ਹੁਕਮਨਾਮਾ ਲਿਆ ਗਿਆ। ਉਸ ਵੇਲੇ ਫਿਰ ਆਪਣੇ ਨਾਲ ਮਹਾਂਪੁਰਖਾਂ ਨੇ ਬੇਅੰਤ ਸਿੰਘਾਂ ਦਾ ਜਿਹੜਾ ਜਥਾ ਲੈ ਕਰਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਉਸ ਪਾਵਨ ਅਸਥਾਨ ਪਾਉਂਟਾ ਸਾਹਿਬ ਦੇ ਵੱਲ ਨੂੰ ਚਾਲੇ ਪਾ ਦਿੱਤੇ। ਘੋੜਿਆਂ ਤੇ ਸਵਾਰ ਗੁਰੂ ਕੀਆਂ ਲਾਡਲੀਆਂ ਫੌਜਾਂ ਜਿੰਨੀਆਂ ਰਸਦਾਂ ਵਸਤਾਂ ਸੀ ਗੱਡਿਆਂ ਵਿੱਚ ਲੱਦ ਕਰਕੇ ਇੱਥੋਂ ਭੱਠਾ ਸਾਹਿਬ ਰੋਪੜ ਦੇ ਰਸਤੇ ਹੁੰਦਿਆਂ ਹੋਇਆਂ ਪਾਉਂਟਾ ਸਾਹਿਬ ਦੇ ਵੱਲ ਨੂੰ ਤੁਰੇ ਨੇ। ਜਿਸ ਵੇਲੇ ਹਰਿਆਣਾ ਤੇ ਹਿਮਾਚਲ ਦੀ ਹੱਦ ਕਾਲੇ ਅੰਬ ਵਿਖੇ ਪੈਂਦੀ ਹੈ, ਉਹਨਾਂ ਮਹੰਤਾਂ ਨੂੰ ਖਬਰਾਂ ਮਿਲੀਆਂ ਵੀ ਗੁਰੂ ਕੀਆਂ ਫੌਜਾਂ ਨਿਹੰਗ ਸਿੰਘ ਆ ਰਹੇ ਹਨ, ਕਿਉਂਕਿ ਪਾਪੀ ਬੰਦੇ ਨੂੰ ਅੰਦਰੋਂ ਕੀਤੇ ਹੋਏ ਪਾਪ ਉਹ ਕਾਂਬਾ ਛਿੜ ਦਿੰਦੇ ਨੇ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਬਣ ਜਾਂਦੇ ਨੇ। ਉਹਨਾਂ ਦੇ ਪਾਪਾਂ ਨੇ ਅੰਦਰੋਂ ਕਾਂਬਾ ਛੇੜਿਆ, ਪ੍ਰਸ਼ਾਸਨ ਦੇ ਤੱਕ ਪਹੁੰਚ ਕੀਤੀ ਹੈ ਤੇ ਉਸ ਵੇਲੇ ਗੁਰੂ ਕੀਆਂ ਫੌਜਾਂ ਨੂੰ ਕਾਲੇ ਅੰਬ ਵਿਖੇ ਬਾਰਡਰ ਦੇ ਉੱਤੇ ਰੋਕਿਆ ਗਿਆ। ਬੜੀ ਜਿੱਦ ਕੀਤੀ ਪ੍ਰਸ਼ਾਸਨ ਨੇ ਕਿ ਤੁਹਾਨੂੰ ਅੱਗੇ ਹਿਮਾਚਲ ਦੇ ਅੰਦਰ ਪਾਉਂਟਾ ਸਾਹਿਬ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੱਥੇ ਬਗਾਵਤ ਹੋ ਸਕਦੀ, ਇਉਂ ਹੋ ਸਕਦਾ, ਜਿਉਂ ਹੋ ਸਕਦਾ ਹੈ। 2-3 ਘੰਟੇ ਦੀ ਲੰਬੀ ਬਹਿਸ ਕਰਨ ਤੋਂ ਬਾਅਦ ਫਿਰ ਪ੍ਰਸ਼ਾਸਨ ਨੂੰ ਮੰਨਣਾ ਪਿਆ ਕਿ ਗੁਰੂ ਦੇ ਸਿੱਖ ਨੂੰ ਗੁਰਸਥਾਨਾਂ ਤੋਂ ਜਾਣ ਵਾਸਤੇ ਤੇ ਕੋਈ ਵੀ ਰੋਕ ਨਹੀਂ ਸਕਦਾ ਹੈ। ਮਹਾਂਪੁਰਖ ਕਹਿੰਦੇ ਅਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨਾਂ ਤੇ ਜਾਣਾ, ਨਤਮਸਤਕ ਹੋਣਾ ਹੈ ਤੇ ਇਸ ਲਈ ਸਾਨੂੰ ਜਾਣ ਤੋਂ ਨਾ ਰੋਕਿਆ ਜਾਵੇ। ਪ੍ਰਸ਼ਾਸਨ ਸਹਿਮਤ ਹੋਇਆ। ਜਿਸ ਵੇਲੇ ਹਿਮਾਚਲ ਦੇ ਅੰਦਰ ਪ੍ਰਵੇਸ਼ ਕੀਤੇ ਨੇ ਤੇ ਮਹੰਤਾਂ ਨੂੰ ਪਤਾ ਲੱਗਿਆ ਵੀ ਕਾਲੇ ਅੰਬ ਤੋਂ ਅੱਗੇ ਫੌਜਾਂ ਪਹੁੰਚ ਚੁੱਕੀਆਂ ਨੇ। ਫਿਰ ਵੱਡੀਆਂ ਦੇ ਕੇ ਰਿਸ਼ਵਤਾਂ ਦੇ ਕਰਕੇ ਸਰਕਾਰੀ ਅਦਾਰਿਆਂ ਵਿੱਚ DC ਸਨ ਉਸ ਵੇਲੇ ਦੇ SSP ਜਿਹੜੇ ਨਿਯੁਕਤ ਕੀਤੇ ਸੀ, ਮਾਇਆ ਦੇ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਪਾਉਂਟਾ ਸਾਹਿਬ ਨਗਰੀ ਦੇ ਅੰਦਰ ਕੋਈ ਬੰਦਾ ਦਾਖਲ ਨਹੀਂ ਹੋਣ ਦੇਣਾ। ਫਿਰ ਉੱਥੇ ਨਾਕੇਬੰਦੀਆਂ ਕੀਤੀਆਂ, ਨਗਰ ਦੀ ਘੇਰਾਬੰਦੀ ਪ੍ਰਸ਼ਾਸਨ ਵੱਲੋਂ ਕੀਤੀ ਗਈ। ਰਸਤੇ ਵਿੱਚ ਫਿਰ ਸਿੰਘਾਂ ਨੂੰ ਮਹਾਂਪੁਰਖਾਂ ਦੇ ਸਮੇਤ ਕਾਫਲੇ ਨੂੰ ਰੋਕਿਆ ਗਿਆ ਤੇ ਫਿਰ ਉੱਥੇ ਸਿੰਘਾਂ ਮਹਾਂਪੁਰਖਾਂ ਕਿਹਾ ਕੁਝ ਵੀ ਕਿਉਂ ਨਾ ਹੋ ਜਾਵੇ, ਭੁੱਖੇ ਬੈਠ ਜਾਵਾਂਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਪਹੁੰਚਣਾ ਹੈ। ਫਿਰ ਉਹਨਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮਹਾਨਤਾਂ ਨਾਲ ਰਾਬਤਾ ਕਾਇਮ ਕੀਤਾ ਕਿ ਇਹ ਗੁਰੂ ਕੀਆਂ ਫੌਜਾਂ ਕਹਿੰਦੀਆਂ ਅਰਦਾਸੇ ਕਰਕੇ ਤੁਰੇ ਹਾਂ, ਅਰਦਾਸ ਕਰਕੇ ਤੁਰੇ ਹਾਂ, ਸਿਰ ਚਲਿਆ ਜਾਵੇ, ਗੁਰੂ ਦੇ ਸਥਾਨਾਂ ਤੇ ਜ਼ਰੂਰ ਦਰਸ਼ਨ ਕਰਨ ਵਾਸਤੇ ਪਹੁੰਚਾਂਗੇ। ਫਿਰ ਮਹੰਤਾਂ ਨੂੰ ਉਸ ਵੇਲੇ ਜਿਹੜੇ ਪ੍ਰਸ਼ਾਸਨ ਵਾਲੇ ਸੀ ਕਹਿਣ ਲੱਗੇ ਇਹਨਾਂ ਨੂੰ ਪਾਉਂਟਾ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਤੱਕ ਆਉਣ ਦੀ ਆਗਿਆ ਦਿੱਤੀ ਜਾਵੇ। ਦਰਸ਼ਨੀ ਡਿਓੜੀ ਦੇ ਬਾਹਰ ਸਾਡਾ ਪ੍ਰਸ਼ਾਸਨ ਦਾ ਪ੍ਰਬੰਧ ਹੋਵੇਗਾ, ਅਸੀਂ ਹਾਲਾਤ ਨੂੰ ਕਾਬੂ ਵਿੱਚ ਰੱਖਾਂਗੇ ਤੇ ਅੰਦਰਲੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਆਪਣੇ ਮਨੁੱਖ ਮਹੰਤਾਂ ਨੂੰ ਕਹਿਣ ਲੱਗੇ ਕਿ ਦਰਸ਼ਨੀ ਡਿਓੜੀ ਵਿੱਚ ਬਿਠਾ ਦਿਓ। ਸੋ ਬੜਾ ਲੰਬਾ ਐਸਾ ਇਤਿਹਾਸ ਹੈ। ਉਸ ਵੇਲੇ ਫਿਰ ਜਦੋਂ ਸਾਧ ਸੰਗਤ ਜੀ ਮਹਾਂਪੁਰਖ ਜੱਥਾ ਲੈ ਕਰਕੇ ਪਾਉਂਟਾ ਸਾਹਿਬ ਦੇ ਪਾਵਨ ਸਥਾਨ ਤੇ ਪਹੁੰਚੇ ਨੇ, ਦਰਸ਼ਨੀ ਡਿਓੜੀ ਦੇ ਰਾਹੀਂ ਅੰਦਰ ਸਿੰਘਾਂ ਨੂੰ ਲੈ ਕਰਕੇ ਦਾਖਲ ਹੋਏ। ਜਾ ਕੇ ਵੇਖਿਆ, ਪਹਿਲਾਂ ਤੇ ਸੁਣਿਆ ਸੀ ਸੰਗਤਾਂ ਕੋਲੋਂ, ਸਿੱਖਾਂ ਕੋਲੋਂ, ਭਾਵਨਾ ਵਾਲਿਆਂ ਕੋਲੋਂ ਕਿ ਆਹ ਕਰਮ ਜਿਹੜੇ ਕੁਕਰਮ ਉੱਥੇ ਕਮਾਏ ਜਾਂਦੇ, ਅੱਜ ਅੱਖਾਂ ਨਾਲ ਵੇਖ ਕਰਕੇ ਮਨ ਬੜਾ ਉੱਥੇ ਬੇਚੈਨ ਹੋਇਆ। ਫਿਰ ਸਿੰਘਾਂ ਨੇ ਗੁਰਮਤਾ ਕੀਤਾ ਮਹਾਂਪੁਰਖਾਂ ਨਾਲ ਸਾਰੀਆਂ ਇਕੱਠਿਆਂ ਹੋ ਕਰਕੇ ਕਿ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾ ਕਰਕੇ ਅਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ ਜਾਵੇ। 101 ਅਖੰਡ ਪਾਠ ਸਾਹਿਬ ਇੱਥੇ ਆਰੰਭ ਕਰਾਂਗੇ।
ਇੱਕ ਦਾ ਭੋਗ ਪੈ ਜਾਇਆ ਕਰੇਗਾ, ਦੂਸਰਾ ਆਰੰਭ ਹੋ ਜਾਵੇਗਾ, ਤੇ ਨਾਲੇ ਤੇ ਗੁਰੂ ਸਾਹਿਬ ਦਾ ਆਦਰ ਸਤਿਕਾਰ ਜਿਹੜਾ ਸੰਗਤਾਂ ਵਿੱਚ ਕਾਇਮ ਰਹੇਗਾ, ਤੇ ਨਾਲੇ ਮਹਾਨਤਾ ਨੂੰ ਪਤਾ ਲੱਗ ਜਾਵੇਗਾ ਵੀ ਗੁਰ ਸਥਾਨਾਂ ਦੀ ਸੇਵਾ ਕਿਵੇਂ ਕਰੀਦੀ ਹੈ। ਅਖੰਡ ਪਾਠ ਸਾਹਿਬ ਜਪਜੀ ਸਾਹਿਬ ਦੀ ਬਾਰਣੀ ਸਮੇਤ ਉੱਥੇ ਆਰੰਭ ਕੀਤੇ ਗਏ। ਜਾਪੀਏ ਲੱਗੇ ਨੇ, ਧੂਫੀਏ ਲਾਏ ਗਏ, ਲਾਂਗਰੀ ਸਿੰਘ ਲਾਏ ਗਏ। ਸਾਰੇ ਜਦੋਂ ਸਾਧ ਸੰਗਤ ਜੀ ਸਿੰਘਾਂ ਨੇ ਇਕੱਤਰ ਹੋ ਕਰਕੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ। ਅੱਜ ਦਾ ਜਿਹੜਾ ਇਹ ਦਿਹਾੜਾ 22 ਮਈ ਦਾ ਆਉਂਦਾ ਹੈ। ਅੱਜ ਦੇ ਦਿਨ 22 ਅਖੰਡ ਪਾਠ ਸਾਹਿਬਾਂ ਦੇ ਭੋਗ ਅੰਮ੍ਰਿਤ ਵੇਲੇ ਪੈ ਚੁੱਕੇ ਸਨ, ਤੇ ਜਦੋਂ 23ਵਾਂ ਅਖੰਡ ਪਾਠ ਸਾਹਿਬ ਅਰਦਾਸ ਕਰਕੇ ਪੌਂਟਾ ਸਾਹਿਬ ਦੇ ਪਾਵਨ ਦਰਬਾਰ ਸਾਹਿਬ ਦੇ ਵਿੱਚ ਆਰੰਭ ਕੀਤਾ ਗਿਆ। ਇਹ ਅਖੰਡ ਪਾਠ ਸਾਹਿਬ ਦੀ ਪਾਵਨ ਬਾਣੀ ਗ੍ਰੰਥੀ ਸਿੰਘ ਮਾਝ ਰਾਗ ਦੇ ਵਿੱਚ ਲੈ ਗਏ ਸਨ, ਤੇ ਉਸ ਵੇਲੇ ਫਿਰ ਇਹਨਾਂ ਨੇ ਜਿਹੜਾ ਆਪਣਾ ਕੁਕਰਮ ਕਮਾਉਣਾ ਕੀਤਾ। ਮਹਾਨਤਾ ਨੇ ਪਹਿਲਾਂ ਮਹਾਂਪੁਰਖਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਪੁਲਿਸ ਦੇ ਹਵਾਲੇ। ਬਾਕੀ 94 ਕੁਝ ਸਿੰਘਾਂ ਨੂੰ ਵੀ ਮਹਾਂਪੁਰਖਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਬਾਕੀ ਸਿੰਘ ਸਾਰੇ ਮਹਾਂਪੁਰਖਾਂ ਕਹਿ ਦਿੱਤਾ ਸ਼੍ਰੀ ਅਖੰਡ ਪਾਠ ਸਾਹਿਬ ਚੱਲਦੇ ਨੇ। ਅਖੰਡ ਪਾਠ ਸਾਹਿਬ ਦੀ ਅਖੰਡਤਾ ਜਿਹੜੀ ਹੈ ਕਾਇਮ ਰਹਿਣੀ ਚਾਹੀਦੀ ਹੈ। ਸਿਰ ਵੀ ਲੱਗ ਜਾਣ ਤੇ ਤਾਂ ਵੀ ਕੁਝ ਨਹੀਂ, ਕਿਉਂਕਿ ਗੁਰੂ ਦੀ ਜਿਹੜਾ ਗੁਰੂ ਦਾ ਪ੍ਰੇਮ ਹੈ ਇਹ ਸਿਰ ਦੇ ਬਦਲੇ ਵੀ ਮਿਲ ਜਾਵੇ ਬੜਾ ਸੌਖਾ ਹੈ। ਪ੍ਰੇਮ ਨਾ ਬਾੜੀ ਉਪਜਤਾ, ਪ੍ਰੇਮ ਨਾ ਹਾਟ ਬਕਾਏ, ਰਾਣਾ ਰਾਜਾ ਜੋ ਚਾਹੇ ਸਿਰ ਦੀਜੈ ਪ੍ਰੇਮ ਲੈ ਜਾਏ। ਸਿਰ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਮਿਲਦੀ ਹੋਵੇ, ਇਹਦੋਂ ਪਰੇ ਹੋਰ ਕੀ ਚਾਹੀਦਾ। ਸਿੰਘਾਂ ਦੇ ਅੰਦਰ ਬੜਾ ਚਾਅ ਉਤਸ਼ਾਹ ਹੈ। ਜਦੋਂ ਮਾਝ ਰਾਗ ਦੇ ਅੰਦਰ ਪਾਵਨ ਗੁਰਬਾਣੀ ਆਈ, ਗ੍ਰੰਥੀ ਸਿੰਘ ਉੱਚੀ ਸੁਰ ਦੇ ਵਿੱਚ ਬਾਣੀ ਪੜ੍ਹ ਰਿਹਾ, ਬਾਕੀ ਸਿੰਘ ਦਰਬਾਰ ਸਾਹਿਬ ਦੇ ਅੰਦਰ ਬੈਠੇ ਬਾਣੀ ਸੁਣਦੇ ਨੇ, ਪਹਿਰੇ ਤੇ ਖੜੇ ਹਨ। ਤਾਂ ਬਾਹਰਲੇ ਪਾਸਿਓਂ ਜਿਹੜੇ ਦਰਵਾਜ਼ੇ ਬੰਦ ਕੀਤੇ ਸੀ, ਇਹਨਾਂ ਲੋਕਾਂ ਨੇ ਆ ਕਰਕੇ ਪ੍ਰਸ਼ਾਸਨ ਦੀ ਸ਼ਹਿ ਦੇ ਉੱਪਰ ਪ੍ਰਸ਼ਾਸਨ ਨੂੰ ਨਾਲ ਲਿਆ, ਤੇ ਵੱਡੇ ਵੱਡੇ ਲੋਹੇ ਦੇ ਪੈਪ ਮਾਰ ਕਰਕੇ ਜਿਹੜੀਆਂ ਵਾਰੀਆਂ ਸੀ ਦਰਵਾਜ਼ੇ ਬੂਹੇ ਤੋੜ ਦਿੱਤੇ ਤੇ ਅੰਦਰ ਦਾਖਲ ਹੋਏ ਨੇ। ਲੰਗਰ ਵਾਲੇ ਪਾਸਿਓਂ ਫਿਰ ਗੋਲੀਆਂ ਦੀ ਵਿਛਾੜ ਕਰ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਉਹ ਪਾਵਨ ਪਵਿੱਤਰ ਅਸਥਾਨ ਦਰਬਾਰ ਸਾਹਿਬ ਦੇ ਅੰਦਰ, ਜਿੱਥੇ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਸਿੱਧੀ ਆ ਕਰਕੇ ਗੋਲੀ ਗ੍ਰੰਥੀ ਸਿੰਘ ਦੇ ਸੀਨੇ ਵਿੱਚ ਵੱਜੀ ਹੈ। ਗੋਲੀ ਜਿਹੜੀ ਸੀਨੇ ਨੂੰ ਪਾੜ ਕਰਕੇ ਪਾਰ ਨਿਕਲ ਗਈ। ਨਾਲ ਹੀ ਉੱਚੀ ਸੁਰ ਵਿੱਚ ਬਾਣੀ ਪੜ੍ਹਦੇ ਗੁਰਸਿੱਖ ਨੇ ਆਪਣਾ ਜਿਹੜਾ ਸੀਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ। ਸਤਿਗੁਰੂ ਦੇ ਚਰਨਾਂ ਤੇ ਜਦੋਂ ਸੀਸ ਲੱਗਿਆ, ਨਾਲ ਹੀ ਪੰਜ ਭੌਤਿਕ ਸਰੀਰ ਸ਼ਾਂਤ ਹੋ ਗਿਆ। ਸ਼ਹਾਦਤ ਹੋਈ ਹੈ ਗੁਰੂ ਦੇ ਪਿਆਰੇ ਸਿੰਘ ਦੀ। ਸਤਿਗੁਰੂ ਦੀ ਤਾਬਿਆ ਵਿੱਚ ਬੈਠਿਆਂ ਗੋਲੀ ਜਦੋਂ ਲੱਗੀ ਹੈ। ਦੂਸਰੇ ਜਿਹੜੇ ਸਿੰਘ ਅੰਦਰ ਦਰਬਾਰ ਸਾਹਿਬ ਦੇ ਵਿੱਚ ਨੇੜੇ ਬੈਠੇ ਬਾਣੀ ਸੁਣ ਰਹੇ ਸੀ, ਉਹਨਾਂ ਨੇ ਬੜੀ ਫੁਰਤੀ ਵਰਤਦਿਆਂ ਜਿੱਥੇ ਪੰਗਤੀ ਛੱਡੀ ਸੀ ਉੱਥੋਂ ਆ ਕਰਕੇ ਪੰਗਤੀ ਪਕੜ ਲਈ ਤੇ ਅਖੰਡ ਪਾਠ ਸਾਹਿਬ ਅੱਗੇ ਨਿਰੰਤਰ ਜਿਹੜਾ ਜਾਰੀ ਆਰੰਭ ਕਰ ਦਿੱਤਾ। ਦੂਸਰੀ ਗੋਲੀ ਆ ਕਰਕੇ ਦੂਸਰੇ ਸਿੰਘ ਦੇ ਗ੍ਰੰਥੀ ਸਿੰਘ ਦੇ ਸੀਨੇ ਵਿੱਚ ਵੱਜੀ ਹੈ। ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸਦਾ ਦੀ ਨੀਂਦ ਸੌਂ ਗਏ। 10-15 ਕੁ ਮਿੰਟ ਦੇ ਅੰਦਰ ਇੰਨੀ ਗੋਲੀਆਂ ਦੀ ਵਿਛਾੜ ਕੀਤੀ ਕਿ 11 ਸਿੰਘ ਸਤਿਗੁਰੂ ਪਾਤਸ਼ਾਹ ਦੇ ਲਾਡਲੀਆਂ ਫੌਜਾਂ ਦਰਬਾਰ ਸਾਹਿਬ ਦੇ ਅੰਦਰ ਹੀ ਸ਼ਹਾਦਤ ਦਾ ਜਾਮ ਪੀ ਗਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਦੇਹੀ ਨੂੰ ਆ ਕਰਕੇ ਗੋਲੀ ਲੱਗੀ। ਸਤਿਗੁਰੂ ਦਾ ਸਰੂਪ ਜ਼ਖਮੀ ਹੋਇਆ। ਉਸ ਵੇਲੇ ਜਿਹੜੇ ਸਤਿਗੁਰਾਂ ਦੇ ਰੁਮਾਲੇ ਸਨ, ਦਰੀਆਂ ਸੀ, ਚਾਦਰਾਂ ਵਿਛੀਆਂ ਸੀ, ਇਹ ਸਾਰੀਆਂ ਖੂਨ ਦੇ ਨਾਲ ਲੇਥੂ ਪੇਥੂ ਹੋ ਗਈਆਂ। ਉੱਪਰ ਚੰਦੋਏ ਦੇ ਵਿੱਚ ਵੀ ਜਾ ਕਰਕੇ ਖੂਨ ਦੀਆਂ ਛਿੱਟਾਂ ਲੱਗੀਆਂ ਨੇ। ਸਤਿਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਜਿਹੜਾ ਸਰੂਪ ਸੀ ਜ਼ਖਮੀ ਹੋਇਆ। ਉਸ ਵੇਲੇ ਅਤੀ ਸਤਿਕਾਰਯੋਗ ਮੌਜੂਦਾ ਮਹਾਂਪੁਰਖ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ, ਜਿਹੜੇ ਸਟੇਜ ਉੱਪਰ ਸੁਭਾਏਮਾਨ ਹਨ, ਇਹਨਾਂ ਦੇ ਵੀ ਉਸ ਵੇਲੇ ਆ ਕਰਕੇ ਤਨ ਦੇ ਵਿੱਚ ਜਿਹੜੀਆਂ ਗੋਲੀਆਂ
ਹੱਥਾਂ ਦੇ ਵਿੱਚ ਹੀ ਗੋਲੀਆਂ ਪਾਰ ਹੋਈਆਂ, ਡੋਲਿਆਂ ਦੇ ਵਿੱਚ ਗੋਲੀਆਂ ਵੱਜੀਆਂ, ਲੱਤਾਂ ਦੇ ਵਿੱਚ ਗੋਲੀਆਂ ਜਰਬਾਣਿਆਂ ਨੇ ਮਾਰੀਆਂ, ਇਹ ਵੀ ਧਰਤੀ ਦੇ ਉੱਤੇ ਡਿੱਗ ਪਏ। ਇਹਨਾਂ ਮਹਾਂਪੁਰਖਾਂ ਦੇ ਨਾਲ ਮਾਸਟਰ ਅਜੀਤ ਸਿੰਘ ਜੀ, ਉਹਨਾਂ ਦੇ ਬਹੁਤ ਸਾਰੀਆਂ ਗੋਲੀਆਂ ਲੱਗੀਆਂ। ਬਾਬਾ ਗੁਰਬਚਨ ਸਿੰਘ ਜੀ, ਇਹ ਤਿੰਨ ਜਿਹੜੇ ਸਰੀਰ ਸਨ ਉਸ ਵੇਲੇ ਬਹੁਤ ਜ਼ਿਆਦਾ ਗਹਿਰੇ ਫੱਟੜ ਹੋਏ, ਹੋਸ਼ ਜਿਹੜੀ ਸੀ ਗਵਾਚ ਚੁੱਕੀ ਸੀ। ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਉਸ ਪ੍ਰਸ਼ਾਸਨ ਨੇ ਆ ਕਰਕੇ ਸਾਂਭਣ ਦੀਆਂ ਕੋਸ਼ਿਸ਼ਾਂ ਕੀਤੀਆਂ, ਤਾਂ ਸੰਤ ਬਾਬਾ ਨਿਹਾਲ ਸਿੰਘ ਜੀ, ਇਹਨਾਂ ਮਹਾਂਪੁਰਖਾਂ ਨੂੰ ਸਤਿਗੁਰਾਂ ਨੇ ਕੁਝ ਚੇਤਨਤਾ ਬਖਸ਼ੀ। ਨੇਤਰਾਂ ਦੀਆਂ ਪਲਕਾਂ ਝਮਕਦੇ ਸਨ, ਸਾਰਾ ਕੁਝ ਅੱਖਾਂ ਨਾਲ ਇਹਨਾਂ ਨੇ ਅੰਦਰ ਦਰਬਾਰ ਸਾਹਿਬ ਵਿੱਚ ਡਿੱਗਿਆ ਪਿਆ ਵੇਖਿਆ ਕਿ ਕਿਵੇਂ ਜਰਵਾਣਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਪੇਟ ਲਿਆ ਚਾਦਰਾਂ ਦੇ ਵਿੱਚ। ਦਰੀਆਂ ਗਲੀਚੇ ਸਾਰੇ ਇਕੱਠੇ ਕਰ ਲਏ, ਫਰਸ਼ਾਂ ਨੂੰ ਧੋਣ ਲੱਗ ਪਏ, ਚੰਦੋਏ ਲਾਹ ਕਰਕੇ ਉੱਪਰੋਂ ਬਦਲੀ ਕਰ ਦਿੱਤੇ, ਨਵੀਆਂ ਚਾਦਰਾਂ ਵਿਛਾ ਕੇ ਨਵਾਂ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ, ਤਾਂ ਕਿ ਸਾਕੇ ਦਾ ਸੰਗਤਾਂ ਨੂੰ ਕਿਸੇ ਨੂੰ ਪਤਾ ਨਾ ਲੱਗ ਸਕੇ। ਜਦੋਂ 11 ਸਿੰਘਾਂ ਨੂੰ ਅੰਦਰੋਂ ਖਿੱਚਾ ਧੂਹੀ ਕਰਕੇ ਉਹਨਾਂ ਨੇ ਲਾਸ਼ਾਂ ਸਰੀਰਾਂ ਨੂੰ ਬਾਹਰ ਕੱਢਿਆ, ਬਾਹਰ ਟਰੱਕ ਦੇ ਵਿੱਚ, ਗੱਡੀ ਦੇ ਵਿੱਚ ਉਹਨਾਂ ਦੇ ਸਰੀਰ ਸੁੱਟੇ ਗਏ। ਇਹ ਤਿੰਨ ਸਰੀਰ ਸੰਤ ਬਾਬਾ ਨਿਹਾਲ ਸਿੰਘ ਜੀ, ਮਾਸਟਰ ਅਜੀਤ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ, ਇਹਨਾਂ ਦੇ ਸਰੀਰਾਂ ਦੇ ਅੰਦਰ ਚੇਤਨ ਕਲਾ ਸੀ। ਸਵਾਸ ਨਹੀਂ ਨਿਕਲੇ ਸਨ, ਤਾਂ ਫਿਰ ਉਸ ਵੇਲੇ ਸਰੀਆਂ ਦੀਆਂ, ਰਾੜਾਂ ਦੀਆਂ ਇਹਨਾਂ ਦੇ ਉੱਤੇ ਮਾਰਾਂ ਕਰਕੇ ਹੱਡੀਆਂ ਵੀ ਤੋੜੀਆਂ ਗਈਆਂ। ਜਿੱਥੇ 11 ਸਿੰਘਾਂ ਦੇ ਸਰੀਰ ਟਰੱਕ ਵਿੱਚ ਸੁੱਟੇ ਸਨ, ਉਸੇ ਟਰੱਕ ਦੇ ਅੰਦਰ ਤਿੰਨ ਇਹ ਸਰੀਰਾਂ ਨੂੰ ਵੀ ਸੁੱਟ ਦਿੱਤਾ। ਸ਼ਾਇਦ ਉਹ ਸੋਚਦੇ ਸਨ ਕਿ ਜਿਉਂਦੇ ਸਰੀਰਾਂ ਨੂੰ ਹੀ ਸਾੜ ਕੇ ਖਤਮ ਕਰ ਦਈਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿੱਚ ਸੰਗਤ ਹਰ ਪ੍ਰਭ ਬਸੈ ਜੀਓ, ਸੰਗਤ ਦੇ ਅੰਦਰ ਸਤਿਗੁਰੂ ਆਪ ਵਸਦੇ ਨੇ। ਤੇ ਜਦੋਂ ਟਰੱਕ ਦੇ ਵਿੱਚ ਇਹ ਸਰੀਰਾਂ ਨੂੰ ਲੈ ਕੇ ਜਾ ਰਹੇ ਸਨ, ਤਾਂ ਉਸ ਵੇਲੇ ਸੰਗਤਾਂ ਕੋਠਿਆਂ ਤੇ ਚੜ੍ਹ ਕਰਕੇ ਦਰਸ਼ਨ ਕਰ ਰਹੀਆਂ ਨੇ। ਕੁਝ ਗੁਰੂ ਦੀਆਂ ਸਿੱਖਾਂ ਨੇ ਵੇਖਿਆ ਵੀ ਤਿੰਨ ਸਰੀਰ ਵਿੱਚ ਹਿਲ ਜੁਲ ਕਰਦੇ ਨੇ, ਕੁਝ ਇਹਨਾਂ ਦੇ ਅੰਗ ਹਿਲਦੇ ਨੇ, ਇਹ ਜਿਉਂਦੇ ਨੇ। ਸ਼ਾਇਦ ਇਹਨਾਂ ਪ੍ਰਸ਼ਾਸਨ ਵਾਲਿਆਂ ਨੇ ਜਾ ਕੇ ਇਹਨਾਂ ਜਿਉਂਦਿਆਂ ਨੂੰ ਸਾੜ ਦੇਣਾ, ਤੇ ਸੰਗਤਾਂ ਨੇ ਗੱਡੀਆਂ ਰੋਕ ਲਈਆਂ। ਟਰੱਕਾਂ ਦੇ ਅੱਗੇ, ਗੱਡੀਆਂ ਦੇ ਅੱਗੇ ਸੰਗਤਾਂ ਜਦੋਂ ਬੈਠੀਆਂ, ਤੇ ਫਿਰ ਗੱਡੀਆਂ ਰੋਕੀਆਂ, ਤੇ ਜਦੋਂ ਵੇਖਿਆ ਗਿਆ ਇਹ ਤਿੰਨ ਸਰੀਰ ਫਿਰ ਸੰਗਤਾਂ ਨੇ ਟਰੱਕਾਂ ਦੇ ਵਿੱਚੋਂ ਲਾਹ ਲਏ। ਫਿਰ ਹਸਪਤਾਲ ਦੇ ਵਿੱਚ ਸਰੀਰਾਂ ਨੂੰ ਦਾਖਲ ਕਰਵਾਇਆ ਗਿਆ, ਤੇ ਬਾਕੀ ਜਿਹੜੇ 11 ਸਿੰਘਾਂ ਦੇ ਸਰੀਰ ਸਨ, ਸਤਿਗੁਰੂ ਪਾਤਸ਼ਾਹ ਦੇ ਐਸੇ ਜਿਹੜੇ ਰੁਮਾਲੇ, ਚੰਦੋਆ ਸਾਹਿਬ, ਚਾਦਰਾਂ, ਗਲੀਚੇ, ਦਰੀਆਂ, ਇਹ ਸਾਰਾ ਕੁਝ ਇਕੱਠਾ ਕਰਕੇ ਜੰਗਲ ਦੇ ਵਿੱਚ ਜਾ ਕਰਕੇ ਉਹਨਾਂ ਨੇ ਜਿੱਥੇ ਸਿੰਘਾਂ ਦੇ ਸਰੀਰਾਂ ਨੂੰ ਅਗਨੀ ਭੇਟ ਕੀਤਾ, ਤੇ ਨਾਲ ਹੀ ਇਹ ਸਭ ਕੁਝ ਉੱਥੇ ਅਗਨ ਭੇਟ ਕਰ ਦਿੱਤਾ। ਫਿਰ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਉਹ ਜਗ੍ਹਾ ਦੀ ਧਰਤੀ ਵੀ ਪੁੱਟੀ ਉਹਨਾਂ ਨੇ, ਨਵੀਂ ਮਿੱਟੀ ਪਾ ਕੇ ਉੱਤੇ ਕੱਖਾਂ ਦੇ ਢੇਰ ਲਾ ਦਿੱਤੇ, ਤਾਂ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ ਵੀ ਐਡਾ ਸਾਕਾ ਵਰਤ ਗਿਆ। ਇੱਧਰ ਦੂਸਰੇ ਪਾਸੇ ਜਦੋਂ ਇਹਨਾਂ ਤਿੰਨਾਂ ਸਰੀਰਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਪ੍ਰਸ਼ਾਸਨ ਦੇ ਹੁਕਮ ਤੋਂ ਬਿਨਾਂ ਉੱਥੇ ਜਿਹੜੇ ਸਿਵਲ ਸਰਜਨ ਸਨ ਉਹ ਵੀ ਹੱਥ ਨਹੀਂ ਪਾਉਂਦੇ ਸਨ, ਕੋਈ ਇਲਾਜ ਨਾ ਕੀਤਾ ਗਿਆ। ਫਿਰ ਸੰਗਤਾਂ ਨੇ ਉੱਥੇ ਸਾਧ ਸੰਗਤ ਬੜਾ ਵੀਰ ਰਸ ਵਿਖਾਇਆ, ਸੰਗਤਾਂ ਇਕੱਠੀਆਂ ਹੋਣ ਲੱਗ ਪਈਆਂ। ਫਿਰ ਇਹਨਾਂ ਮਹਾਂਪੁਰਖਾਂ ਦਾ ਸਰੀਰ, ਮਾਸਟਰ ਅਜੀਤ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ ਦੇ ਸਰੀਰ ਦਾ ਇਲਾਜ ਸ਼ੁਰੂ ਕੀਤਾ। ਸਰੀਰ ਦੇ ਵਿੱਚ ਜਿਹੜੀਆਂ ਗੋਲੀਆਂ ਖੁੱਭੀਆਂ ਹੋਈਆਂ ਸਨ, ਆਪਰੇਸ਼ਨ ਕਰਕੇ ਉਹ ਬਾਹਰ ਕੱਢੀਆਂ। ਸਰੀਰਾਂ ਨੂੰ ਕੁਝ ਰਾਹਤ ਮਿਲੀ, ਸੁਖ ਸ਼ਾਂਤੀ ਕੁਝ ਮਹਿਸੂਸ ਹੋਣ ਲੱਗੀ। ਬੜਾ ਲੰਬਾ ਸਮਾਂ ਮਹਾਂਪੁਰਖਾਂ ਨੂੰ ਉੱਥੇ ਹੌਸਪੀਟਲ ਦੇ ਅੰਦਰ ਰੱਖਿਆ ਗਿਆ। ਉਸ ਵੇਲੇ ਸਾਧ ਸੰਗਤ ਜੀ ਬੇਅੰਤ ਜਿਹੜੇ ਪ੍ਰਾਣੀ, ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਦਾ ਗਿਆ, ਅੱਗੇ ਤੋਂ ਅੱਗੇ ਸੁਨੇਹੇ ਮਿਲਦੇ ਗਏ। ਸੰਗਤਾਂ ਉੱਥੇ ਪਹੁੰਚਣੀਆਂ ਇਕੱਠੀਆਂ ਹੋ ਗਈਆਂ। ਐਕਸਚੇਂਜ ਜਿਹੜੀ ਸੀ ਉਸ ਵੇਲੇ ਉਹ ਵੀ ਬੰਦ ਕਰ ਦਿੱਤੀ ਗਈ। ਜਮਨਾ ਦੇ ਉੱਤੇ ਪੁਲ ਨਹੀਂ ਬਣਿਆ ਸੀ, ਬੇੜੀ ਰਾਹੀਂ ਪਾਰ ਹੋਇਆ ਜਾਂਦਾ।
ਬੇੜੀ ਤੇ ਸਖਤ ਪਹਿਰੇ ਲਾ ਦਿੱਤੇ ਗਏ, ਕੋਈ ਓਪਰਾ ਬੰਦਾ ਪਾਉਂਟਾ ਸਾਹਿਬ ਦੀ ਧਰਤੀ ਤੇ ਨਾ ਪਹੁੰਚ ਸਕੇ। ਜਦੋਂ ਸੰਗਤਾਂ ਵਿੱਚ ਇਹ ਪਤਾ ਲੱਗਿਆ ਤੇ ਹਾਹਾਕਾਰ ਮਚ ਗਈ। ਬੇਅੰਤ ਐਸੀਆਂ ਨਾਮ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਕਰਨੀ ਵਾਲੇ ਮਹਾਂਪੁਰਖ ਉਸ ਵੇਲੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਪਣੇ ਨਾਲ 5 ਸਿੰਘਾਂ ਦਾ ਜੱਥਾ ਲੈ ਕਰਕੇ ਇਹਨਾਂ ਮਹਾਂਪੁਰਖਾਂ ਦਾ ਹਾਲ ਚਾਲ ਪੁੱਛਣ ਵਾਸਤੇ ਹਸਪਤਾਲ ਵਿੱਚ ਪਹੁੰਚੇ। ਜਦੋਂ ਸਰੀਰ ਵੇਖੇ ਵੀ ਇੰਨੇ ਫੱਟ ਲੱਗੇ, ਇੰਨੇ ਜ਼ਖਮੀ ਹੋਏ ਨੇ, ਮਹਾਂਪੁਰਖ ਚਰਨਾਂ ਵੱਲ ਖੜ ਗਏ ਤੇ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਜਿਹੜੇ ਗੁਰ ਅਸਥਾਨਾਂ ਦੇ ਵਾਸਤੇ ਆਪਣੀਆਂ ਜਾਨਾਂ ਤਲੀ ਤੇ ਰੱਖ ਲੈਂਦੇ ਨੇ। ਅਰਦਾਸ ਕੀਤੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਂਪੁਰਖਾਂ ਦਾ ਹਾਲ ਚਾਲ ਪੁੱਛਿਆ। ਫਿਰ 2 ਸ੍ਰੀ ਅਖੰਡ ਪਾਠ ਸਾਹਿਬ ਸ਼ਹੀਦਾਂ ਦੀ ਯਾਦ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਸਿੰਘਾਂ ਤੋਂ ਕਰਵਾਏ। ਫਿਰ ਹੋਰ ਜਿੰਨੀਆਂ ਕੋਈ ਲੋਕਲ ਕਮੇਟੀਆਂ ਦੇ ਪ੍ਰਧਾਨ ਸਨ ਉਹ ਉੱਥੇ ਪੁੱਜਣ ਲੱਗੇ। ਸਭਾ ਸੁਸਾਇਟੀਆਂ ਵਾਲਿਆਂ ਨੂੰ ਜਿਵੇਂ ਜਿਵੇਂ ਪਤਾ ਚੱਲਦਾ ਗਿਆ, ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਇਹ ਦੋਵੇਂ ਹੀ ਸੰਤ ਬਾਬਾ ਫਤਿਹ ਸਿੰਘ ਜੀ ਅਕਾਲੀ ਦਲ ਦੇ ਪ੍ਰਧਾਨ ਸਨ, ਸੰਤ ਬਾਬਾ ਚੰਨਣ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਇਹ ਪਹੁੰਚੇ ਨੇ। ਫਿਰ ਰਾਬਤਾ ਕਾਇਮ ਕੀਤਾ ਉੱਥੋਂ ਦੇ ਮੁੱਖ ਮੰਤਰੀ ਦੇ ਨਾਲ। ਫਿਰ ਅੱਗੇ ਤੋਂ ਅੱਗੇ ਸੰਗਤਾਂ ਦਾ ਸਹਿਯੋਗ ਲੈ ਕਰਕੇ ਸਮੁੱਚੇ ਖਾਲਸਾ ਪੰਥ ਨੇ, ਸਾਧ ਸੰਗਤ ਜੀ, ਉੱਥੇ ਪਾਵਨ ਪਵਿੱਤਰ ਸਥਾਨਾਂ ਤੇ ਕੁਝ ਗੁਰਮਤੇ ਲਿਖੇ। 6 ਜਿਹੜੇ ਮਤੇ ਲਿਖੇ ਸਨ। ਫਿਰ ਲਾਲ ਬਹਾਦਰ ਸ਼ਾਸਤਰੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਨ। ਉਹਨਾਂ ਦੇ ਕੋਲ ਜਦੋਂ ਪਹੁੰਚ ਕੀਤੀ ਤੇ 6 ਦੇ 6 ਜਿਹੜੇ ਮਤੇ ਸੀ ਉਹਨਾਂ ਨੂੰ ਪ੍ਰਵਾਨਗੀ ਲਾਲ ਬਹਾਦਰ ਸ਼ਾਸਤਰੀ ਨੇ ਉਸ ਵੇਲੇ ਦੇ ਦਿੱਤੀ। ਤੇ ਉੱਥੇ ਫਿਰ ਜਿਹੜੀ 21 ਮੈਂਬਰੀ ਕਮੇਟੀ ਗੁਰਸਿੱਖ ਸੰਗਤਾਂ ਨੇ ਬਣਾਈ ਸੀ ਗੁਰ ਸਥਾਨਾਂ ਦਾ ਪ੍ਰਬੰਧ ਸੰਭਾਲਣ ਦੇ ਵਾਸਤੇ, ਤੇ ਇਹ ਫਿਰ ਮਤੇ ਪਾਸ ਕੀਤੇ ਗਏ ਕਿ ਜਿਹੜੀਆਂ ਚਾਬੀਆਂ ਨੇ ਗੁਰ ਸਥਾਨਾਂ ਦੀਆਂ, ਸਾਰਾ ਪ੍ਰਬੰਧ ਇਹ 21 ਮੈਂਬਰੀ ਕਮੇਟੀ ਨੂੰ ਸੌਂਪ ਦਿੱਤਾ ਜਾਵੇ। ਸੰਤ ਬਾਬਾ ਨਿਹਾਲ ਸਿੰਘ ਜੀ ਮਹਾਂਪੁਰਖ, ਇਹਨਾਂ ਨੇ ਸ਼ਾਮ ਦੇ ਸੋਦਰ ਦਾ ਰਹਿਰਾਸ ਸਾਹਿਬ ਜੀ ਦੇ ਪਾਠ ਨੂੰ ਸੰਪੂਰਨ ਕੀਤਾ। ਅਰਦਾਸ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ। ਉਸ ਤੋਂ ਬਾਅਦ ਫਿਰ 21 ਮੈਂਬਰੀ ਕਮੇਟੀ ਨੂੰ ਸਾਰਾ ਉੱਥੋਂ ਦਾ ਪ੍ਰਬੰਧ, ਸਥਾਨ ਦੀਆਂ ਜਿਹੜੀਆਂ ਚਾਬੀਆਂ ਸਨ ਉਹਨਾਂ ਦੇ ਹਵਾਲੇ ਕਰ ਦਿੱਤੀਆਂ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪਾਕ ਅਸਥਾਨ ਪਾਉਂਟਾ ਸਾਹਿਬ ਜਿਹੜਾ ਸੀ, ਸਾਧ ਸੰਗਤ ਜੀ, ਗੁਰਸਿੱਖ ਸੰਗਤਾਂ ਦੇ ਉਹ ਹਿੱਸੇ ਆਇਆ। ਮਹਾਨਤਾਂ ਤੋਂ ਇਸ ਤਰ੍ਹਾਂ ਦੇ ਨਾਲੋਂ ਆਜ਼ਾਦ ਕਰਵਾਇਆ ਗਿਆ। ਉਹ ਪਾਵਨ ਪਵਿੱਤਰ ਜਿਹੜਾ ਸ਼ਹੀਦੀ ਸਾਕਾ ਹੈ ਪਾਉਂਟਾ ਸਾਹਿਬ ਦਾ, 11 ਸਿੰਘਾਂ ਦੀਆਂ ਸ਼ਹਾਦਤਾਂ ਅੱਜ ਦੇ ਦਿਹਾੜੇ ਹੋਈਆਂ। ਉਹ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਜਿਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਹੈ, ਜਿੱਥੇ ਜਿੱਥੇ ਬੈਠੀਆਂ ਕੋਈ ਜਪਜੀ ਸਾਹਿਬ ਦੇ ਪਾਠ ਕਰਕੇ ਸ਼ਹੀਦਾਂ ਨੂੰ ਸੱਚੀ ਸ਼ਰਧਾ ਭੇਟਾ ਕਰਦੀਆਂ ਨੇ। ਕੋਈ ਅਖੰਡ ਪਾਠ ਸਾਹਿਬ ਆਰੰਭ ਕਰ ਰਹੀਆਂ ਸੰਗਤਾਂ ਭੋਗ ਪਾਉਂਦੀਆਂ ਨੇ, ਕੋਈ ਸਹਿਜ ਪਾਠ, ਕੋਈ ਮੂਲ ਮੰਤਰ, ਗੁਰ ਮੰਤਰ ਦੇ ਜਾਪ ਜਪਦੀਆਂ ਹਨ। ਉਹਨਾਂ ਸ਼ਹੀਦਾਂ ਨੂੰ ਸਾਡੀ ਕੋਟ ਕੋਟ ਪ੍ਰਣਾਮ ਹੋਵੇ, ਜਿਨ੍ਹਾਂ ਨੇ ਆਪਣੇ ਆਪੇ ਵਾਰੇ। ਫਿਰ ਇਹਨਾਂ ਮਹਾਂਪੁਰਖ ਸੰਤ ਬਾਬਾ ਨਿਹਾਲ ਸਿੰਘ ਜੀ ਹੋਰਾਂ ਦੀ ਐਸੀ ਘਾਲਣਾ ਵੇਖ ਕਰਕੇ, ਕਮਾਈ ਨੂੰ ਵੇਖ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹਨਾਂ ਦਾ ਜਿਹੜਾ ਸਨਮਾਨ ਜਿੰਦਾ ਸ਼ਹੀਦ ਦੇ ਨਾਲ ਕੀਤਾ ਗਿਆ। ਕਿਉਂਕਿ ਇੰਨੇ ਗਹਿਰੇ ਜਿਹੜੇ ਜ਼ਖਮ ਸਰੀਰਾਂ ਦੇ ਉੱਤੇ ਲੱਗੇ, ਸਾਰਾ ਸਾਕਾ ਨੇਤਰਾਂ ਨਾਲ ਵੇਖਿਆ, ਤਨ ਤੇ ਹੰਢਾਇਆ। ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਮਾਣ ਬਖਸ਼ਿਆ ਹੈ। ਸੋ ਸਾਧ ਸੰਗਤ ਜੀ, ਇਹ ਪਾਉਂਟਾ ਸਾਹਿਬ ਜੀ ਦੇ ਸ਼ਹੀਦੀ ਸਾਕੇ ਦਾ ਜਿਹੜਾ ਇਤਿਹਾਸ ਸੀ, ਆਪ ਸੰਗਤਾਂ ਦੇ ਨਾਲ ਦਾਸ ਨੇ ਤੁਸ਼ ਜੀ ਬੁੱਧੀ ਹੋਣ ਕਰਕੇ ਇਹ ਸਾਂਝਾ ਕੀਤਾ ਹੈ। ਸ਼ਹੀਦਾਂ ਦੀਆਂ ਗਥਾਵਾਂ, ਸ਼ਹੀਦਾਂ ਦਾ ਇਤਿਹਾਸ ਕਥਨ ਕਰਨਾ ਬੜਾ ਔਖਾ ਹੁੰਦਾ, ਕਿਉਂਕਿ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ, ਪੰਥ ਵਾਸਤੇ, ਕੌਮ ਵਾਸਤੇ, ਗੁਰੂ ਵਾਸਤੇ, ਗੁਰ ਅਸਥਾਨਾਂ ਵਾਸਤੇ ਜਾਨਾਂ ਕੁਰਬਾਨ ਕਰ ਦਿੱਤੀਆਂ,
ਉਹਨਾਂ ਬਾਰੇ ਉਹਨਾਂ ਦੀ ਸਿਫਤ ਵਡਿਆਈ ਇੱਕ ਜਿਹੜੀ ਨਚੀਜ ਜੀ ਜਵਾਨ ਹੈ ਰਸਨਾ ਕੀ ਬਿਆਨ ਕਰ ਸਕਦੀ ਹੈ। ਸੋ ਸਾਧ ਸੰਗਤ ਜੀ, ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਦਾ ਇਹ ਮਹਾਨ ਜਿਹੜਾ ਸਾਕਾ ਹੈ ਦਿਹਾੜਾ ਮਨਾਇਆ ਜਾ ਰਿਹਾ। ਆਓ ਹੁਣ ਗੁਰਬਾਣੀ ਦੀ ਕਥਾ ਜੋ ਸ਼੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਆਪਾਂ ਰਲ ਮਿਲ ਕਰਕੇ ਥੋੜੇ ਜਿਹੇ ਸਮੇਂ ਦੇ ਵਿੱਚ ਉਸ ਦੀ ਵਿਚਾਰ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਵਿਦਵਾਨਾਂ ਦੇ ਅਨੁਸਾਰ ਜਿਹੜਾ ਸੋਰਠ ਰਾਗ ਹੈ ਤੇ ਪਰੰਤੂ ਜਿਸ ਵੇਲੇ ਰਾਗਮਾਲਾ ਦੇ ਅੰਦਰ ਸੋਰਠ ਦੇ ਬਾਰੇ ਸਤਿਗੁਰੂ ਪਾਤਸ਼ਾਹ ਦੇ ਬਚਨ ਅਸੀਂ ਪੜ੍ਹਦੇ, ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਨੀ ਊਚੈ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ। ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੋਰਠ ਨੂੰ ਮੇਘ ਰਾਗ ਦੀ ਪਤਨੀ ਲਿਖਿਆ ਹੈ ਤੇ ਇਸ ਲਈ ਸੋਰਠ ਰਾਗਣੀ ਦੇ ਅੰਦਰ ਮਹੱਲਾ ਪੰਜਵਾ ਜਿਹੜਾ ਮਹੱਲਾ ਸ਼ਬਦ ਹੈ ਇਹਦੇ ਦੋ ਅਰਥ ਨੇ। ਅਰਬੀ ਦੇ ਅੰਦਰ ਮਹੱਲੇ ਦਾ ਅਰਥ ਹੁੰਦਾ ਬਾਦਸ਼ਾਹ ਤੇ ਸੰਸਕ੍ਰਿਤ ਦੇ ਅੰਦਰ ਮਹੱਲੇ ਦਾ ਅਰਥ ਹੁੰਦਾ ਸਰੂਪ। ਇਸ ਤਰ੍ਹਾਂ ਕਹਿ ਦਈਏ ਕਿ ਪੰਜਵੇਂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਸਵਰੂਪ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਪਾਵਨ ਇਹ ਗੁਰਬਾਣੀ ਜੀ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 620 ਅਤੇ 21 ਅੰਗ ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਮੇਰਾ ਸਤਿਗੁਰ ਰਖਵਾਲਾ ਹੋਆ। ਜਿਸ ਵੇਲੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰੂ ਕੀ ਬਡਾਲੀ ਨਗਰ ਦੇ ਵਿੱਚ ਬਾਲਕ ਅਵਸਥਾ ਵਿੱਚ ਬਹੁਤ ਜ਼ਿਆਦਾ ਸਰੀਰ ਦੇ ਉੱਤੇ ਤਾਪ ਚੜ੍ਹਿਆ, ਸੀਤਲਾ ਦਾ ਰੋਗ ਵੀ ਬੜਾ ਭਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਨ ਦੇ ਉੱਤੇ ਆ ਕੇ ਹਾਵੀ ਹੋਇਆ। ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਦੁਆਰਾ ਇਹ ਜਿਹੜਾ ਐਸਾ ਤਾਪ ਸੀ ਸਰੀਰ ਦੇ ਉੱਤੇ ਰੋਗ ਸੀ ਸੀਤਲਾ ਦਾ ਦੂਰ ਕੀਤਾ ਤੇ ਸੰਗਤਾਂ ਨੇ ਕਿਹਾ ਮਹਾਰਾਜ ਆਪ ਜੀ ਨੇ ਕਿਰਪਾ ਕਰ ਦਿੱਤੀ, ਬਾਲਕ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਨੂੰ ਦੇਹ ਅਰੋਗਤਾ ਤੰਦਰੁਸਤੀ ਹਾਸਲ ਹੋਈ ਹੈ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉੱਥੇ ਸੰਗਤਾਂ ਨੂੰ ਬਚਨ ਕੀਤਾ ਕਿ ਅਸੀਂ ਕੌਣ ਹੁੰਦੇ ਹਾਂ ਕਰਨ ਵਾਲੇ, ਇਹ ਕਰਨ ਕਰਵਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਫਿਰ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਬਹੁਤ ਸਾਰੇ ਸ਼ਬਦ ਗੁਰਬਾਣੀ ਦੇ ਗੁਰੂ ਕੀ ਬਡਾਲੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੇ। ਇਹ ਜਿਹੜਾ ਅੱਜ ਦਾ ਪਾਵਨ ਸ਼ਬਦ ਹੈ ਇਹ ਵੀ ਪਰਮਾਤਮਾ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਉਚਾਰਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੇਰਾ ਸਤਿਗੁਰ ਰਖਵਾਲਾ ਹੋਆ। ਮੇਰਾ ਦਾ ਅਰਥ ਹੈ ਸਾਡੇ ਤਮਾਮ ਜੀਵਾਂ ਦਾ। ਬੰਦਾ ਕਹਿ ਦਿੰਦਾ ਵੀ ਆਹ ਵਸਤੂ ਮੇਰੀ ਹੈ, ਜੇ ਪੁੱਛਿਆ ਜਾਵੇ ਤੇ ਬੰਦੇ ਦਾ ਕੀ ਹੈ? ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਮੇਰਾ ਤੇ ਆਪਣਾ ਬੰਦੇ ਦਾ ਇੱਕ ਆਤਮਿਕ ਸਵਰੂਪ ਹੈ ਜਿਹੜਾ ਆਪਣਾ ਹੈ। ਨਾ ਮਨ ਹੈ, ਨਾ ਤਨ ਹੈ, ਨਾ ਬੁੱਧੀ ਹੈ। ਤੇ ਸਾਧ ਸੰਗਤ ਇਹ ਜਿਹੜੀਆਂ ਚੀਜ਼ਾਂ ਇਹ ਆਪਣੀਆਂ ਨਹੀਂ ਮੰਨੀ ਦੀਆਂ। ਆਪਣੀ ਤੇ ਆਤਮਿਕ ਜੋਤ ਹੈ। ਫਿਰ ਜਿਹੜੀ ਜੋਤ ਇੱਕ ਸਰੀਰ ਦੇ ਅੰਦਰ ਹੈ ਉਹੀ ਜੋਤ ਦੂਸਰੇ ਦੇ ਅੰਦਰ ਹੈ। ਇਸ ਲਈ ਫਿਰ ਤਮਾਮ ਜੀਵਾਂ ਦਾ, ਮੇਰਾ ਸਾਡੇ ਤਮਾਮ ਜੀਵਾਂ ਦਾ ਸਤਿਗੁਰ ਰਖਵਾਲਾ ਹੋਆ।
ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਰਖਵਾਲੇ ਹੋਏ ਨੇ। ਰਖਵਾਲੇ ਦਾ ਅਰਥ ਹੁੰਦਾ ਰੱਖਿਆ ਕਰਨ ਵਾਲਾ, ਜਿਨ੍ਹਾਂ ਨੇ ਤਨ ਕਰਕੇ ਵੀ, ਮਨ ਕਰਕੇ ਵੀ, ਬਾਣੀ ਸਰੀਰ ਕਰਕੇ, ਹਰ ਤਰ੍ਹਾਂ ਕਰਕੇ ਗੁਰੂ ਨੇ ਸਾਡੀ ਰੱਖਿਆ ਕਰਨਾ ਕੀਤੀ ਹੈ। ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਐਸੀ ਜਿਹੜੀ ਆਪਣੀ ਕਿਰਪਾ ਹੈ, ਦ੍ਰਿਸ਼ਟੀ ਹੈ ਮਿਹਰ ਦੀ, ਉਹ ਸਤਿਗੁਰੂ ਪਾਤਸ਼ਾਹ ਜੀ ਨੇ ਧਾਰ ਕਰਕੇ ਸਾਡੇ ਉੱਪਰ ਪ੍ਰਭੂ ਪਰਮਾਤਮਾ ਨੇ ਆਪ ਕਿਰਪਾ ਦਾ ਹੱਥ ਦੇ ਕਰਕੇ ਰੱਖਿਆ ਹੈ। ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਲਕ ਅਵਸਥਾ ਦੇ ਅੰਦਰ ਤਾਪ ਤੋਂ, ਸੀਤਲਾ ਦੇ ਰੋਗ ਤੋਂ ਇਸ ਤਰ੍ਹਾਂ ਰੱਖਿਆ ਕਰਨ ਵਾਲਾ ਕੌਣ ਹੋਇਆ? ਮੇਰੇ ਸਤਿਗੁਰੂ ਹੀ ਹੋਏ ਨੇ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਸਰੂਪ ਹਨ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਦਾ ਹੱਥ ਰੱਖ ਕਰਕੇ ਆਪ ਹੀ ਸਾਹਿਬਜ਼ਾਦੇ ਦੀ ਰੱਖਿਆ ਕੀਤੀ ਹੈ। ਹਰ ਗੋਬਿੰਦ ਨਵਾਂ ਨਿਰੋਆ। ਬਾਲਕ ਜੋ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਹਨ, ਤੇ ਨਵਾਂ ਦਾ ਅਰਥ ਨਵੀਨ ਅਵਸਥਾ, ਬਾਲਕ ਅਵਸਥਾ ਵਾਲੇ। ਨਰੋਆ ਦਾ ਅਰਥ ਹੁੰਦਾ ਤੰਦਰੁਸਤੀ ਨੂੰ ਇਹ ਹਾਸ ਪ੍ਰਾਪਤ ਹੋਏ ਨੇ। ਸਾਰੇ ਰੋਗ ਜਿਹੜੇ ਲੱਥ ਗਏ ਨੇ, ਤਾਪ ਵੀ ਲੱਥਿਆ, ਸੀਤਲਾ ਦਾ ਰੋਗ ਵੀ ਦੂਰ ਹੋ ਗਿਆ। ਇਸੇ ਪ੍ਰਕਾਰ ਇਹਦਾ ਅੰਤਰੀਬ ਜਿਹੜਾ ਦੂਸਰਾ ਅਰਥ ਪੰਕਤੀ ਦਾ ਇਸ ਤਰ੍ਹਾਂ ਕੀਤਾ ਜਾਂਦਾ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਹਰ ਗੋਬਿੰਦ ਨਵਾ ਨਰੋਆ। ਜਿਸ ਵੇਲੇ ਪ੍ਰਭੂ ਪਰਮਾਤਮਾ ਵਿਆਪਕ ਸਰੂਪ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਦਾ ਜਿਹੜਾ ਹੱਥ ਹੈ ਉਹ ਗੁਰੂ ਦੇ ਪਿਆਰੇ ਗੁਰਸਿੱਖ ਦੇ ਅੰਤਿਸ਼ ਕਾਰਨ ਰੂਪੀ ਮੱਥੇ ਤੇ ਰੱਖਿਆ। ਸਾਡੇ ਸਰੀਰ ਦੇ ਅੰਦਰ ਅੰਤਸ਼ਕਰਨ ਹੈ। ਇਹਦੀਆਂ ਚਾਰ ਬਿਰਤੀਆਂ ਨੇ, ਇੱਕ ਮਨ ਹੈ, ਦੂਸਰੀ ਬੁੱਧੀ ਹੈ, ਤੀਸਰਾ ਚਿੱਤ ਹੈ ਤੇ ਚੌਥਾ ਅੰਦਰ ਹੰਕਾਰ ਹੈ। ਇਹਨੂੰ ਚਾਰਾਂ ਦੇ ਸਮੁਦਾਇ ਨੂੰ ਚਤੁਸ਼ਟ ਅੰਤःਕਰਨ ਕਹਿੰਦੇ ਨੇ। ਅੰਤःਕਰਨ ਦਾ ਅਰਥ ਹੁੰਦਾ ਜਿਹੜਾ ਸਰੀਰ ਦੇ ਅੰਤः ਅੰਦਰ ਹੋਵੇ ਤੇ ਗਿਆਨ ਕਰਨ ਦਾ ਸਾਧਨ ਹੋਵੇ, ਉਹਨੂੰ ਅੰਤःਕਰਨ ਕਿਹਾ ਜਾਂਦਾ। ਗੁਰੂ ਦੇ ਪਿਆਰੇ ਗੁਰਸਿੱਖ ਦਾ ਜਿਹੜਾ ਅੰਤःਕਰਨ ਰੂਪੀ ਮਸਤਕ ਮੱਥਾ ਹੈ, ਉਹਦੇ ਉੱਤੇ ਮੇਰੇ ਸਤਿਗੁਰਾਂ ਨੇ ਕਿਰਪਾ ਦਾ ਹੱਥ ਰੱਖਿਆ ਹੈ। ਹਰ ਗੋਬਿੰਦ ਨਵਾ ਨਰੋਆ। ਤੇ ਉਸ ਵੇਲੇ ਫਿਰ ਹਰੀ ਪਰਮਾਤਮਾ ਵਾਹਿਗੁਰੂ ਗੋਬਿੰਦ ਜਿਹੜਾ ਇੰਦਰੀਆਂ ਦਾ ਪਾਲਕ ਪ੍ਰੇਰਕ ਹੈ, ਪਰਮਾਤਮਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਉਹਦਾ ਨਾਮ ਆ ਕੇ ਗੁਰੂ ਦੇ ਸਿੱਖ ਦੇ ਅੰਤःਕਰਨ ਦੇ ਅੰਦਰ ਵਸ ਜਾਂਦਾ, ਹਿਰਦੇ ਵਿੱਚ ਸਮਾ ਜਾਂਦਾ। ਜਦੋਂ ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਨਾਲ ਨਾਮ ਵਸਦਾ। ਨਹੀਂ ਤੇ ਬੰਦਾ ਕਹੇ ਜੀ ਮੈਂ ਕਰੋੜਾਂ ਦੀ ਗਿਣਤੀ ਵਿੱਚ ਮੂਲ ਮੰਤਰ ਕਰ ਲਿਆ, ਮੈਂ ਇੰਨਾ ਗੁਰ ਮੰਤਰ ਕਰ ਲਿਆ, ਉਹ ਗਿਣਤੀਆਂ ਮਿਣਤੀਆਂ ਵਿੱਚ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਜਦੋਂ ਕਿਰਪਾ ਕਰ ਦਿੰਦਾ ਪਰਮਾਤਮਾ ਤੇ ਇੱਕ ਖਿੰਨ ਦੇ ਵਿੱਚ ਹੀ ਕੀਤਾ ਹੋਇਆ ਜਪ ਤਪ ਸਫਲਾ ਹੋ ਜਾਂਦਾ। ਜੇ ਉਹਦੀ ਕਿਰਪਾ ਨਹੀਂ ਹੋਈ ਤੇ ਚਾਹੇ ਲੱਖਾਂ ਜਨਮ ਬੈਠਾ ਰਹੇ, ਚੌਂਕੜੇ ਮਾਰ ਕੇ ਸਮਾਧੀਆਂ ਦੇ ਅੰਦਰ, ਕਦਾਚਿਤ ਵੀ ਨਾਮ ਨਹੀਂ ਇਹਦੇ ਵਿੱਚ ਬਸੇਗਾ। ਇਹ ਤਾਂ ਗੁਰੂ ਸਾਹਿਬ ਜਦੋਂ ਕਿਰਪਾ ਕਰ ਦਿੰਦੇ ਨੇ, ਅੰਤःਕਰਨ ਰੂਪੀ ਮੱਥੇ ਤੇ ਕਿਰਪਾ ਦਾ ਹੱਥ ਰੱਖ ਦਿੰਦੇ ਨੇ, ਹਰੀ ਗੋਬਿੰਦ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ। ਫਿਰ ਜੀਵ ਦੇ ਅੰਦਰ ਰੋਗ ਕਿਹੜਾ ਹੈ? ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਹਉਮੈ ਦਾ ਰੋਗ ਜੀਵ ਦਾ ਟੁੱਟ ਜਾਂਦਾ। ਇਹ ਜਿਹੜੇ ਰੋਗ ਨੇ, ਜਿਵੇਂ ਮਨੁੱਖ ਆਪਣੇ ਘਰ ਡੇਰਿਆਂ ਟਿਕਾਣਿਆਂ ਵਿੱਚ ਰਹਿੰਦਾ, ਰੋਗ ਦਾ ਵੀ ਐਸਾ ਟਿਕਾਣਾ ਸਰੀਰ ਵਿੱਚ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਹ ਸਾਰੇ ਰੋਗਾਂ ਦਾ ਡੇਰਾ ਅਗਿਆਨ ਹੈ, ਬੇਸਮਝੀ ਹੈ ਜੀਵ ਦੀ। ਤੇ ਜਦੋਂ ਗਿਆਨ ਹੋ ਜਾਂਦਾ ਸਾਰੇ ਰੋਗ ਟੁੱਟ ਜਾਂਦੇ, ਕਿਉਂਕਿ ਜਦੋਂ ਡੇਰਾ ਟਿਕਾਣਾ ਹੀ ਟੁੱਟ ਗਿਆ ਤੇ ਫਿਰ ਰੋਗ ਕਿੱਥੇ ਰਹਿਣਗੇ? ਉਹਨਾਂ ਨੂੰ ਜਗ੍ਹਾ ਹੀ ਨਹੀਂ ਮਿਲਦੀ ਹੈ। ਇਸ ਪ੍ਰਕਾਰ ਦੇ ਨਾਲ ਫਿਰ ਜਿਹੜਾ ਐਸਾ ਅੰਤਸ਼ਕਰਨ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਸਮਾ ਜਾਂਦਾ, ਸਾਰੇ ਰੋਗ ਟੁੱਟ ਜਾਂਦੇ ਹਨ। ਰਹਾਉ
ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਤਾਪ ਗਿਆ ਪ੍ਰਭ ਆਪ ਮਿਟਾਇਆ। ਜਿਹੜਾ ਸਰੀਰ ਦੇ ਉੱਤੇ ਦੁੱਖ ਦੇਣ ਵਾਲਾ, ਸਰੀਰ ਨੂੰ ਤਪਾਉਣ ਵਾਲਾ ਤਾਪ ਚੜ੍ਹਿਆ ਸੀ ਹਰਗੋਬਿੰਦ ਸਾਹਿਬ ਜੀ ਦੇ, ਉਹ ਵੀ ਗਿਆ, ਚਲਿਆ ਗਿਆ। ਮਹਾਰਾਜ ਜੀ ਇਹ ਕਿਵੇਂ ਤਾਪ ਗਿਆ? ਸਤਿਗੁਰੂ ਕਹਿੰਦੇ ਪ੍ਰਭ ਆਪ ਮਿਟਾਇਆ। ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੇ ਗੁਰੂ ਰੂਪ ਹੋ ਕਰਕੇ ਪਿਤਾ ਗੁਰੂ ਰਾਮਦਾਸ ਸਾਹਿਬ, ਗੁਰੂ ਨਾਨਕ ਸਾਹਿਬ ਜੀ ਨੇ ਆਪ ਮਿਟਣਾ ਕੀਤਾ ਹੈ। ਇਸ ਪ੍ਰਕਾਰ ਦੇ ਨਾਲ ਜਿਹੜਾ ਤਾਪ ਸੀ ਇਹ ਚਲਿਆ ਗਿਆ, ਪਰਮਾਤਮਾ ਨੇ ਆਪ ਹੀ ਦੂਰ ਕਰ ਦਿੱਤਾ, ਮੇਟ ਦਿੱਤਾ ਹੈ। ਜਨ ਕੀ ਲਾਜ ਰਖਾਈ। ਆਪਣੇ ਜਨਾਂ ਦੀ ਜਿਹੜੀ ਲਾਜ ਹੈ, ਪਤ ਇੱਜ਼ਤ ਹੈ, ਆਪ ਪਰਮਾਤਮਾ ਨੇ ਸਤਿਗੁਰੂ ਜੀ ਨੇ ਰਖਾਈ ਰਖਾਉਣਾ ਕੀਤੀ ਹੈ। ਇਹਦਾ ਅੰਤਰੀਵ ਜਿਹੜਾ ਦੂਸਰਾ ਅਰਥ ਹੈ, ਤਾਪ ਗਿਆ ਪ੍ਰਭ ਆਪ ਮਿਟਾਇਆ। ਹਰ ਕਿਸੇ ਜੀਵ ਦੇ ਅੰਦਰ ਤਿੰਨ ਤਰ੍ਹਾਂ ਦੇ ਤਾਪ ਹਨ। ਆਦ ਵਿਆਦ ਉਪਾਦ ਰਸ ਕਬਹੁ ਨ ਟੂਟੈ ਤਾਪ। ਇੱਕ ਆਦੀ ਹੋਇਆ ਕਰਦਾ, ਜਿਹੜਾ ਕੋਈ ਕਿਸੇ ਬੰਦੇ ਨੇ ਮਨ ਕਰਕੇ ਰੋਗੀ ਬਣ ਜਾਣਾ, ਮਾਨਸਿਕ ਅਵਸਥਾ ਰੋਗੀ ਹੋ ਜਾਣੀ, ਮਨ ਨੂੰ ਕੋਈ ਰੋਗ ਲੱਗ ਜਾਣਾ। ਇਹ ਸਰੀਰ ਦੇ ਰੋਗ ਨਾਲੋਂ ਕਈ ਗੁਣਾ ਜ਼ਿਆਦਾ ਖਤਰਨਾਕ ਰੋਗ ਹੁੰਦੇ ਜਿਹੜੇ ਮਨ ਦੇ ਰੋਗ ਲੱਗਦੇ ਨੇ। ਦੂਸਰਾ ਸਾਧ ਸੰਗਤ ਜੀ ਹੋਇਆ ਕਰਦਾ ਵਿਆਦ। ਵਿਆਦੀ ਕਹਿੰਦੇ ਬਿਮਾਰੀ ਨੂੰ, ਕੋਈ ਸਰੀਰ ਨੂੰ ਕੋੜ ਕੈਂਸਰ ਵਰਗਾ ਰੋਗ ਲੱਗ ਜਾਣਾ, ਜਿਹੜਾ ਕਰਮਾਂ ਦਾ ਅਸਾਧ ਰੋਗ ਹੋਵੇ। ਇਹ ਵੀ ਸਰੀਰ ਨੂੰ ਸਦਾ ਤਪਾਉਂਦਾ। ਜੇ ਸਰੀਰ ਹੀ ਬੰਦੇ ਦਾ ਰੋਗੀ ਹੋ ਗਿਆ, ਅੰਮ੍ਰਿਤ ਵੇਲੇ ਕੀ ਉੱਠੇਗਾ, ਬਾਣੀ ਕੀ ਪੜ੍ਹੇਗਾ, ਸਿਮਰਨ ਕੀ ਕਰੇਗਾ, ਨਿਤਨੇਮ ਦੇ ਵਿੱਚ ਮਨ ਕੀ ਲੱਗੇਗਾ? ਇਹ ਵਿਆਦੀ ਹੁੰਦੀ, ਜਿਹੜਾ ਸਰੀਰ ਦਾ ਰੋਗ ਲੱਗ ਜਾਣਾ ਕੋਈ। ਤੇ ਤੀਸਰੇ ਨੰਬਰ ਤੇ ਹੋਇਆ ਕਰਦੀ ਉਪਾਧੀ। ਇਹ ਅਚਨਚੇਤ ਉੱਪਰੋਂ ਆ ਕਰਕੇ ਕੋਈ ਮੁਕੱਦਮਾ ਗਲ ਪੈ ਜਾਣਾ, ਡਾਂਗ ਸੋਟਾ ਚੱਲ ਜਾਣਾ, ਲੜਾਈ ਗਲ ਪੈ ਜਾਣੀ, ਕੋਈ ਐਕਸੀਡੈਂਟ ਹੋ ਜਾਣਾ, ਅਚਨਚੇਤ ਜਿਹੜਾ ਵਾਪਰ ਜਾਣਾ, ਇਹਨੂੰ ਉਪਾਧੀ ਕਹਿੰਦੇ ਨੇ। ਇਹ ਤਿੰਨ ਤਰ੍ਹਾਂ ਦੇ ਜਿਹੜੇ ਤਾਪ ਨੇ ਇਹ ਨਹੀਂ ਟੁੱਟਦੇ। ਸਤਿਗੁਰੂ ਕਿਰਪਾ ਕਰਨ ਤੇ ਇਹ ਤਿੰਨੇ ਤਰ੍ਹਾਂ ਦੇ ਤਾਪ ਦੂਰ ਹੋ ਜਾਂਦੇ ਨੇ। ਇਹ ਤਿੰਨ ਤਰ੍ਹਾਂ ਦੇ ਤਾਪ ਨੇ ਤੇ ਵਿਦਾਤ ਮਤ ਵਾਲੇ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਤਾਪ ਵੱਖਰੇ ਮੰਨੇ ਨੇ। ਪਹਿਲੇ ਨੰਬਰ ਤੇ ਅਧਿਆਤਮਕ ਤਾਪ ਉਹਨਾਂ ਨੇ ਮੰਨਿਆ, ਜਿਹੜਾ ਸਰੀਰ ਦੇ ਅੰਦਰ ਈਰਖਾ, ਦਵੈਖ, ਬਖੀਲੀ, ਚੁਗਲੀ, ਨਿੰਦਿਆ ਆਦਿਕ ਅੰਦਰ ਪੈਦਾ ਹੋਈ ਜਾਣੀ, ਇਹ ਅਧਿਆਤਮਕ ਤਾਪ ਮੰਨਦੇ ਨੇ। ਦੂਸਰੇ ਨੰਬਰ ਤੇ ਸਾਧ ਸੰਗਤ ਜੀ ਅਧਿ ਭੌਤਿਕ ਜਿਹੜਾ ਤਾਪ ਮੰਨਿਆ ਹੈ, ਇਹ ਕੋਈ ਮਨ ਦੇ ਅੰਦਰ ਸੱਪ ਦਾ ਡਰ ਹੋਣਾ, ਵੀ ਕਿਤੇ ਧਰਤੀ ਚੋਂ ਸਾਪੀ ਨਾ ਡੰਗ ਮਾਰ ਦੇਵੇ, ਘਾਹ ਫੂਸ ਦੇ ਵਿੱਚੋਂ ਕੋਈ ਕੀੜਾ ਮਕੌੜਾ ਨਾ ਡੰਗ ਮਾਰੇ, ਜ਼ਹਿਰ ਚੜ੍ਹ ਕੇ ਮਾਰੀ ਨਾ ਜਾਵਾਂ, ਜਾਂ ਕੋਈ ਦੁਸ਼ਮਣ ਗੋਲੀ ਨਾ ਮਾਰ ਦੇਵੇ, ਬੈਰੀ ਦਾ ਡਰ ਰਹਿਣਾ ਅੰਦਰ ਬਣਿਆ। ਇਹਨੂੰ ਅਧਿ ਭੌਤਿਕ ਤਾਪ ਮੰਨਦੇ ਹਨ। ਤੀਸਰੇ ਨੰਬਰ ਤੇ ਸਾਧ ਸੰਗਤ ਜੀ ਅਧਿ ਦੈਪਕ ਜਿਹੜੇ ਤਾਪ ਹਨ, ਇਹ ਹੁੰਦੇ ਨੇ ਸਰੀਰ ਨੂੰ ਕੋਈ ਗਰਮੀ ਲੱਗ ਜਾਣੀ, ਕੋਈ ਠੰਡ ਲੱਗ ਜਾਣੀ ਸਰੀਰ ਨੂੰ, ਤੇ ਇਹ ਜਿਹੜਾ ਐਸਾ ਸਰੀਰ ਤੇ ਤਾਪ ਚੜ੍ਹ ਜਾਣਾ। ਇਹ ਤਿੰਨ ਤਰ੍ਹਾਂ ਦੇ ਵਿਦਾਂਤ ਮਤ ਦੇ ਤਾਪ ਨੇ, ਤਿੰਨ ਤਰ੍ਹਾਂ ਦੇ ਗੁਰਮਤਿ ਅਨੁਸਾਰ ਦੂਸਰੇ ਤਾਪ ਮੰਨੇ ਜਾਂਦੇ ਹਨ। ਇਸ ਲਈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਜਿੰਨੇ ਵੀ ਤਰ੍ਹਾਂ ਦੇ ਤਾਪ ਹਨ, ਤਾਪ ਗਿਆ ਪ੍ਰਭ ਆਪ ਮਿਟਾਇਆ, ਇਹ ਸਾਰੇ ਗਿਆ ਚਲੇ ਗਏ ਨੇ ਭਾਈ। ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਮੇਟਣਾ ਕੀਤੇ ਨੇ। ਜਨ ਕੀ ਲਾਜ ਰਖਾਈ, ਆਪਣੇ ਜਨਾਂ ਦੀ, ਆਪਣੇ ਪਿਆਰਿਆਂ ਦੀ, ਸੇਵਕਾਂ ਦੀ ਜਿਹੜੀ ਲਾਜ ਪਤ ਇੱਜ਼ਤ ਹੈ, ਆਪ ਪਰਮਾਤਮਾ ਵਾਹਿਗੁਰੂ ਜੀ ਨੇ ਰਖਾਉਣਾ ਕੀਤੀ ਹੈ। ਸਾਧ ਸੰਗਤ ਤੇ ਸਭ ਫਲ ਪਾਏ। ਜਿਤਨੇ ਵੀ ਫਲ ਹਨ ਇਹ ਸਾਧ ਸੰਗਤ ਦੇ ਵਿੱਚੋਂ ਹੀ ਪਾਏ ਪ੍ਰਾਪਤ ਕਰੀਦੇ ਨੇ। ਧਰਮ, ਅਰਥ, ਕਾਮ ਤੇ ਮੋਖ, ਇਹ ਚਾਰ ਪਦਾਰਥ ਨੇ। ਕਾਮ ਤੇ ਮੋਖ ਇਹ ਦੋ ਪਰਲੋਕ ਦੇ ਹਨ, ਤੇ ਇਸ ਲਈ ਜਿਹੜਾ ਅਰਥ ਤੇ ਜਿਹੜਾ ਕਾਮ ਹੈ ਇਹ ਦੋ ਸੰਸਾਰੀ ਪਦਾਰਥ ਨੇ। ਚਾਰੇ ਪਦਾਰਥ ਇਹਨਾਂ ਦਾ ਫਲ ਜਿਹੜਾ ਗਿਆਨ ਹੈ, ਇਹ ਸਾਰਾ ਸਾਧ ਸੰਗਤ ਦੇ ਵਿੱਚੋਂ ਪਾ ਲਈਦਾ। ਸਤਿਗੁਰ ਕੈ ਬਲ ਜਾਈ, ਆਪਣੀਆਂ ਸਤਿਗੁਰਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਣਾ ਕਰੀਏ, ਕੁਰਬਾਨ ਜਾਣਾ ਕਰੀਏ। ਜਿਨ੍ਹਾਂ ਗੁਰਾਂ ਦੀ ਕਿਰਪਾ ਨਾਲ ਸਾਰੇ ਫਲ ਪਾ ਲਏ,
ਸਾਰੇ ਤਰ੍ਹਾਂ ਦੇ ਤਾਪ ਲੱਥ ਗਏ ਹਨ। ਹਾਲਤ ਪਲਤ ਪ੍ਰਭ ਦੋਵੈ ਸਵਾਰੇ। ਹਾਲਤ ਦਾ ਅਰਥ ਹੁੰਦਾ ਆ ਮਾਤ ਲੋਕ ਜਿੱਥੇ ਅਸੀਂ ਵਸਦੇ ਹਾਂ, ਪਰਲੋਕ ਜਿੱਥੇ ਅੱਗੇ ਸੂਖਮ ਸਰੀਰਾਂ ਨੇ ਜਾਣਾ ਹੈ। ਹਾਲਤ ਪਾਲਤ ਪ੍ਰਭ ਦੋਵੇਂ ਸਵਾਰੇ, ਇਹ ਦੋਵੇਂ ਹੀ ਲੋਕ ਤੇ ਪਰਲੋਕ ਪਰਮਾਤਮਾ ਨੇ ਆਪਣੇ ਸੇਵਕਾਂ ਦੇ ਸਵਾਰ ਦਿੱਤੇ, ਸਫਲੇ ਕਰ ਦਿੱਤੇ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਸਾਡੇ ਦਾਸਾਂ ਦਾ ਇੱਕ ਵੀ ਜਿਹੜਾ ਕੋਈ ਗੁਣ ਤਾਂ ਹੈ ਹੀ ਨਹੀਂ ਸੀ ਸਰੀਰ ਦੇ ਅੰਦਰ, ਤੇ ਔਗਣਾਂ ਦੇ ਭਰੇ ਪਏ ਸੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਖਾਈ। ਪਰਮਾਤਮਾ ਨੇ ਗੁਣਾਂ ਤੇ ਔਗਣਾਂ ਦੀ ਕੋਈ ਵਿਚਾਰ ਹੀ ਨਹੀਂ ਕੀਤੀ। ਜੇ ਪਰਮਾਤਮਾ ਵਿਚਾਰ ਕਰਨ ਲੱਗ ਜਾਂਦਾ ਤੇ ਔਗਣ ਹੀ ਨਿਕਲਣੇ ਸੀ ਸਾਰੇ, ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ। ਜ਼ਿੰਦਗੀ ਵਿੱਚ ਇੱਕ ਇੱਕ ਸਵਾਸ ਨਾਲ ਵੀ ਕੋਈ ਚੰਗਾ ਕਰਮ ਨਹੀਂ ਹੋਇਆ, ਔਗਣਾਂ ਦੇ ਭਰੇ ਹੋਏ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਡਾ ਜਿਹੜਾ ਗੁਣ ਤੇ ਔਗਣ, ਇਹ ਪਰਮਾਤਮਾ ਨੇ ਕੋਈ ਵਿਚਾਰ ਹੀ ਨਹੀਂ ਕੀਤੀ ਇਸ ਦੀ। ਅਟਲ ਬਚਨ ਨਾਨਕ ਗੁਰ ਤੇਰਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗੁਰ ਚੇਤਨ ਸਰੂਪ ਪਰਮਾਤਮਾ ਜੀ, ਆਪ ਜੀ ਦੇ ਜਿਹੜੇ ਬਚਨ ਅਟਲ ਹਨ, ਕਦੇ ਟਲਦੇ ਨਹੀਂ ਹਨ। ਜੋ ਬਚਨ ਆਪ ਜੀ ਨੇ ਰਸਨਾ ਤੋਂ ਕਰ ਦਿੱਤਾ, ਉਹ ਹਰ ਹਾਲਤ ਦੇ ਵਿੱਚ ਹੀ ਪੂਰਾ ਹੋਇਆ ਹੈ ਤੇ ਅੱਗੇ ਨੂੰ ਵੀ ਹੋਵੇਗਾ। ਸਫਲ ਕਰ ਮਸਤਕ ਧਾਰਿਆ। ਆਪ ਜੀ ਨੇ ਜਿਹੜਾ ਕਿਰਪਾ ਦਾ ਐਸਾ ਹੱਥ ਹੈ, ਉਹ ਸਾਡੇ ਸਿਰ ਦੇ ਉੱਤੇ ਰੱਖ ਕਰਕੇ ਸਾਨੂੰ ਸਫਲ ਦਾ ਅਰਥ ਸਹਿਤ ਗਿਆਨ ਫਲ ਦੇ ਕਰ ਦਿੱਤਾ। ਗਿਆਨਵਾਨਾਂ ਵਾਲੀ ਅਵਸਥਾ ਵੀ ਆਪ ਜੀ ਨੇ ਦੇ ਦਿੱਤੀ, ਤੇ ਧਰਮ ਅਰਥ ਕਾਮ ਮੋਖ ਜਿਹੜੇ ਪਦਾਰਥ ਫਲ ਹਨ, ਇਹ ਵੀ ਝੋਲੀ ਵਿੱਚ ਪਾ ਦਿੱਤੇ ਨੇ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਇੰਨੀਆਂ ਦਾਤਾਂ ਆਪ ਜੀ ਨੇ ਦਿੱਤੀਆਂ, ਜਿੰਨੀ ਵੀ ਕਿਰਪਾ ਇਹ ਸਾਰੀ ਪਰਮਾਤਮਾ ਦੀ, ਮੇਰੇ ਸਤਿਗੁਰੂ ਦੀ ਹੈ। ਧੰਨ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਦੇ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਮੁਬਾਰਕਬਾਦ ਚਰਨਾਂ ਕਮਲਾਂ ਦੇ ਅੰਦਰ ਇਕੱਤਰ ਹੋਈਆਂ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਹ ਸ਼ਹੀਦੀ ਸਾਕੇ ਦੇ ਸੰਬੰਧ ਵਿੱਚ, ਜਿੱਥੇ ਮਹਾਂਪੁਰਖ ਅਤੀ ਸਤਿਕਾਰਯੋਗ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲੇ ਆਪਣੇ ਜਥੇ ਸਮੇਤ ਪਹੁੰਚੇ ਹਨ। ਉੱਥੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ, ਜੋ ਐਡਵੋਕੇਟ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਬੜੀ ਨਿਮਰਤਾ ਵਾਲੇ, ਬੜੀ ਭਾਵਨਾ ਵਾਲੇ, ਮਹਾਂਪੁਰਖਾਂ ਨਾਲ ਬੇਹੱਦ ਉਹਨਾਂ ਦਾ ਸਨੇਹ ਹੈ। ਉਹ ਵੀ ਸੰਗਤਾਂ ਬੇਸੁਭਾਏਮਾਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਸਤਿਕਾਰਯੋਗ ਸਕੱਤਰ ਸਾਹਿਬਾਨ, ਮੈਨੇਜਰ ਸਾਹਿਬਾਨ ਸਤਿਗੁਰਾਂ ਦੇ ਚਰਨਾਂ ਵਿੱਚ ਇਕੱਤਰ ਹਨ। ਸਾਰਿਆਂ ਦੀ ਸਤਿਗੁਰੂ ਪਾਤਸ਼ਾਹ ਜੀ ਦਰ ਤੇ ਹਾਜ਼ਰੀ ਪ੍ਰਵਾਨ ਕਰਨ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਦੇ ਰਹਿਣ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਕਤੀਆਂ ਪੜ੍ਹ ਕੇ ਵਿਸਰਾਮ ਦਈਏ ਜੀ। ਹਾਲਤ ਪਲਤ ਪ੍ਰਭ ਦੋਵੈ ਸਵਾਰੇ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ। ਸਫਲ ਕਰ ਮਸਤਕ ਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।